गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु विच भेजदे रहे, जिन्ना भी भेद जिन्नी भी सोझी दिती जाती वो साडे मन नूं दिती जाती। सारा जिहड़ा खेल ये साडे मन दा, ये जिहड़ा शरीर तन है दृष्टमान जिहड़ा ये शरीर आपां नूं नज़र आउंदा, इस नूं गुरु नानक देव जी ने पिंड खेत धरती करके के पासे कर दिता। जिहड़ा इहदे अंदर परिवार वसदा सुखम, सारी जिहड़ी कहानी वो सुखम परिवार की चलती। कथ कहानी विच सानूं ये सारा जिहड़ा ज्ञान सोझी ये सुखम दी दिती जाती। जिवें साडे अंदर आत्मा है, ये परिवार की मुखी वो भी सुखम है। जो ये मन है, ये मन भी सुखम है। जो ये काम क्रोध लोभ अहंकार ने, ये भी सुखम ने। धर्म राय चित्रगुप्त जम, ये भी सुखम ने। जिहड़ी है माया त्रै गुण, ये भी सुखम है, सानूं दिसदी नहीं। अकथ कहानी विच ये सानूं फिर सारा सुखम का ज्ञान दिता जांदा भी किवें ये जिहड़ा खेल साडे अंदर चलदा है, किवें मन इत्थे माया दे विच त्रै गुणा जाके सौ जांदा, सुता होया सुपना दिखदा, फिर किवें सुता होया जागदा ते जाके इसनूं सोझी आउंदी, ਇਹਦੇ ਆਪਦੇ घर वापस जाता, मालक नाल मिलाप करदा। ये फिर विछोड़े तो लैके मिलाप तक की जो कहानी, इसनूं अकथ कहानी प्रेम कहानी का नाम दिता गया। हुण ये अकथ कहानी समझ उन्हां नूं आउंदी जिन्हां ते आप अकाल पुरख परमेश्वर किरपा करदी।
ਮਾਰੇ ਫਰਮਾਉਂਦੇ ਜਿਸੇ ਜਗਾਵੇ ਪਿਆਵੇ ਇਹੋ ਰਸ ਅਕਥ ਕਥਾ ਤੈਨ ਜਾਨੀ। ਕਿ ਜਿਨ੍ਹਾਂ 'ਚ ਕਿਰਪਾ ਕਰਦੇ ਉਹਨਾਂ ਨੂੰ ਅੰਮ੍ਰਿਤ ਰਸ ਪਿਆਉਂਦੇ, ਉਹਨਾਂ ਦੇ ਸੁੱਤੇ ਮਨ ਨੂੰ ਜਗਾਉਂਦੇ ਤੇ ਉਹਨਾਂ ਨੂੰ ਇਹ ਅਕਥ ਕਹਾਣੀ ਸਮਝਾਉਂਦੀ, ਉਹਨਾਂ ਨੂੰ ਇਹ ਸਾਰੇ ਸੁਖਮ ਦਾ ਭੇਤ ਦਿੰਦੇ। ਆਓ ਹੁਣ ਜੋ ਭੇਤ ਆਪਾਂ ਨੂੰ ਸਤਿਗੁਰੂ ਦੇ ਰਹੇ ਗੁਰਬਾਣੀ ਗੁਰੂ ਵਿੱਚ, ਉਹੀਓ ਭੇਤ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਭੇਜ ਦੇ ਰਹੇ। ਪਿਛਲੇ ਕੁਝ ਸਮੇਂ ਤੋਂ ਆਪਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਸੁਖਮਨੀ ਸਾਹਿਬ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ। ਕੱਲ ਆਪਾਂ 11ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ, 2 ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਇਸ ਅੱਗੇ ਤੀਸਰੇ ਪਦੇ ਵਿੱਚ ਮਹਾਰਾਜ ਆਪਾਂ ਨੂੰ ਫਰਮਾਨ ਕਰਦੇ, ਕਹੋ ਮਾਨਕ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ। ਮਹਾਰਾਜ ਦੱਸਦੇ ਵੀ ਮਾਨਸ ਦੇ ਕੁਝ ਵਸ ਨਹੀਂ, ਜੀਵ ਦੇ ਆਪਦੇ ਕੁਝ ਹੱਥ ਨਹੀਂ ਹੈ। ਜੋ ਮਾਲਕ ਕਰਾਉਂਦਾ ਹੈ, ਅੰਦਰੋਂ ਪ੍ਰੇਰਣਾ ਦਿੰਦਾ ਹੈ, ਉਵੇਂ ਜੀਵ ਇਸ ਸੰਸਾਰ ਦੇ ਵਿੱਚ ਚੱਲਦੇ ਨੇ। ਇਸ ਲਈ ਮਹਾਰਾਜ ਫਰਮਾਉਂਦੇ, ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਕਿ ਜਿੱਦਾਂ ਦੀ ਤੂੰ ਅੰਦਰ ਬੈਠੇ ਪ੍ਰੇਰਨਾ ਦਿੰਦਾ ਤੇ ਉਦਾਂ ਹੀ ਫਿਰ ਜੀਵ ਕਰਦਾ ਇਸ ਸੰਸਾਰ ਦੇ ਵਿੱਚ। ਇਸ ਵਾਸਤੇ ਇਹ ਸਾਨੂੰ ਸਮਝਾਉਂਦੇ ਵੀ ਜੋ ਮਾਲਕ ਨੂੰ ਭਾਉਂਦਾ ਹੈ ਉਹੀਓ ਫਿਰ ਉਹ ਮਾਲਕ ਕਰਾਉਂਦਾ ਹੈ। ਇਸ ਵਾਸਤੇ ਸਾਰਾ ਜਿਹੜਾ ਖੇਲ ਪਰਮਾਤਮਾ ਦਾ, ਮਾਲਕ ਦਾ, ਨਿਰੰਕਾਰ ਦਾ ਹੈ। ਇਸ ਲਈ ਫਿਰ ਸਾਨੂੰ ਕਹਿੰਦੇ ਵੀ ਜੀਵ ਦੇ ਵਸ ਨਹੀਂ ਹੈ। ਫਿਰ ਅੱਗੇ ਮਹਾਰਾਜ ਦੱਸਦੇ, ਇਸਕੇ ਹਾਥ ਹੋਏ ਤਾਂ ਸਭ ਕਿਛ ਲਈ, ਜੋ ਤਿਸ ਭਾਵੇ ਸੋਈ ਕਰੀ। ਵੀ ਜੀਵ ਦੇ ਆਪਦੇ ਜੇ ਹੱਥ ਵੱਸ ਹੋਵੇ ਫਿਰ ਤਾਂ ਇਹ ਸਾਰਾ ਕੁਛ ਹੀ ਕਰ ਲਵੇ ਆਪਦੀ ਮਰਜ਼ੀ ਨਾਲ, ਪਰ ਇਹਦੇ ਹੱਥ ਵੱਸ ਨਹੀਂ ਹੈ, ਇਹਦੀ ਕੋਈ ਪੇਸ਼ ਨਹੀਂ ਜਾਂਦੀ। ਤੇ ਜੋ ਮਾਲਕ ਨੂੰ ਭਾਉਂਦਾ ਹੈ ਉਹੀਓ ਫਿਰ ਉਹ ਆਪਦੀ ਮਰਜ਼ੀ ਦਾ ਮਾਲਕ ਉਹੀਓ ਕਰਦਾ ਹੈ। ਆਪਣੀ ਜਿਹੜੀ ਮਰਜ਼ੀ ਆਪਦੀ, ਸਾਡੀ ਮਰਜ਼ੀ ਚੱਲਦੀ ਨਹੀਂ ਹੈ, ਜੋ ਅਸੀਂ ਸੋਚਦੇ ਹਾਂ ਉਵੇਂ ਹੁੰਦਾ ਨਹੀਂ। ਇਸ ਲਈ ਫਿਰ ਸਾਨੂੰ ਸਮਝਾਉਂਦੇ ਬਈ ਸਾਡੇ ਵਾਸਤੇ ਦੁੱਖ ਦਾ ਕਾਰਨ ਸਾਡੀ ਸੋਚ, ਸਾਡੀ ਆਪਣੀ ਮੱਤ। ਅਸੀਂ ਆਪਦੀ ਸੋਚ ਦੇ ਕਿੰਨੇ ਵੀ ਘੋੜੇ ਦੌੜਾ ਲਈਏ ਵੀ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਹੋਵੇ, ਉਵੇਂ ਹੁੰਦਾ ਨਹੀਂ। ਜਦੋਂ ਉਵੇਂ ਹੁੰਦਾ ਨਹੀਂ ਫਿਰ ਅਸੀਂ ਹੋਰ ਦੁਖੀ ਹੁੰਦੇ, ਹੋਰ ਅਸੀਂ ਅਸ਼ਾਂਤ ਹੁੰਦੇ ਵੀ ਅਸੀਂ ਇੱਦਾਂ ਸੋਚਿਆ, ਅਸੀਂ ਇੱਦਾਂ ਕਾਹਤੋਂ ਨਹੀਂ ਹੋਏ। ਤੇ ਜੋ ਮਾਲਕ ਨੇ ਕਰਨਾ ਉਹ ਹੋ ਕੇ ਹੀ ਰਹਿਣਾ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਇਸ ਲਈ ਸਾਨੂੰ ਫਰਮਾਉਂਦੇ, ਕਬੀਰ ਝਕ ਨ ਝਕੀਏ ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਕੋਈ। ਕਿ ਜੋ ਮਾਲਕ ਨੇ ਕਰਨਾ ਉਸ ਨੂੰ ਕੋਈ ਬਦਲ ਨਹੀਂ ਸਕਦਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਇਸ ਵਾਸਤੇ ਫਿਰ ਜੋ ਉਸ ਨੂੰ ਭਾਉਂਦਾ ਉਹੀਓ ਹੁੰਦਾ ਹੈ, ਉਹ ਉਹੀਓ ਕਰਦਾ ਹੈ। ਜੀਵ ਦੇ ਆਪਦੇ ਹੱਥ ਨਹੀਂ ਹੈ ਵੀ ਉਹ ਕਰ ਸਕੇ, ਉਹ ਬਦਲ ਸਕੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਸੰਸਾਰ ਦੇ ਵਿੱਚ ਜੀਵ ਦੁਖੀ ਕਾਹਤੋਂ ਨੇ, ਕਿਉਂਕਿ
ਅਸੀਂ ਆਪਦੀ ਮੱਤ ਵਰਤਦੇ ਹਾਂ, ਆਪਦੀ ਸੋਚ ਸਾਡੇ ਲਈ ਇਹੋ ਦੁੱਖਾਂ ਦਾ ਕਾਰਨ ਹੈ। ਇਸ ਵਾਸਤੇ ਫਿਰ ਆਪਦੀ ਸੋਚ ਦੁਆਰਾ, ਆਪਦੀ ਮੱਤ ਦੁਆਰਾ ਅਸੀਂ ਸੁਖੀ ਨਹੀਂ ਹੋ ਸਕਦੇ। ਅਸੀਂ ਦੁੱਖ ਤਾਂ ਪੈਦਾ ਕਰ ਲਾਂਗੇ। ਸਾਡੀ ਸਿਆਣਪ, ਸਾਡੀ ਚਤੁਰਾਈ ਸਾਨੂੰ ਦੁੱਖ ਤਾਂ ਦੇ ਸਕਦੀ ਹੈ, ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਸਾਡੇ ਮਨ ਨੂੰ ਸੁੱਖ ਨਹੀਂ ਮਿਲ ਸਕਦਾ। ਇਸ ਵਾਸਤੇ ਸੁੱਖ ਲੈਣ ਵਾਸਤੇ ਫਿਰ ਸਾਨੂੰ ਮਾਲਕ ਦੇ ਹੁਕਮ 'ਚ ਆਉਣਾ ਪੈਂਦਾ, ਸਾਨੂੰ ਉਹਦੀ ਰਜ਼ਾ 'ਚ ਆਉਣਾ ਪੈਂਦਾ। ਜੇ ਅਸੀਂ ਮਾਲਕ ਦੀ ਰਜ਼ਾ 'ਚ ਆ ਜਾਵਾਂਗੇ, ਹੁਕਮ ਦੇ ਵਿੱਚ ਆ ਜਾਵਾਂਗੇ, ਫਿਰ ਸਾਨੂੰ ਕੋਈ ਦੁੱਖ ਨਹੀਂ। ਇਸ ਵਾਸਤੇ ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਸਾਧੂ ਜਨਾਂ ਦਾ ਸੰਗ ਕਰਦੇ, ਫਿਰ ਸਾਡੇ ਮਨ ਨੂੰ ਐਸੀ ਸਮਰਥ ਆਉਂਦੀ ਬਈ ਜੋ ਸਾਡੇ ਅੰਦਰ ਭਰਾਈ ਤਾਤ, ਦੁਬਦਾ, ਇਹ ਸਭ ਖਤਮ ਹੋ ਜਾਂਦਾ, ਸਾਡੀ ਮੱਤ ਖਤਮ ਹੋ ਜਾਂਦੀ। ਫਿਰ ਜੋ ਮਾਲਕ ਕਰਦਾ ਸਾਨੂੰ ਉਹਦਾ ਕੀਤਾ ਹੋਇਆ ਉਹੀਓ ਭਲਾ, ਉਹੀਓ ਚੰਗਾ ਲੱਗਦਾ, ਉਹੀਓ ਮਿੱਠਾ ਲੱਗਦਾ। ਮਾਰੇ ਫਰਮਾਉਂਦੇ ਵਿਸਰ ਗਈ ਸਭ ਤਾਤ ਪਰਾਈ, ਜਪਦੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਗੁਰੂ ਤੇ ਪਾਈ। ਵੀ ਇਹ ਜਿਹੜੀ ਸਮਤ ਸੀ ਇਹ ਗੁਰੂ ਤੋਂ, ਸਾਧੂ ਜਨਾਂ ਤੋਂ ਸਾਨੂੰ ਮਿਲਦੀ। ਵੀ ਜੋ ਮਾਲਕ ਕਰ ਰਹੇ ਉਹ ਫਿਰ ਉਹ ਚੰਗਾ ਹੀ ਕਰਦਾ ਹੈ, ਉਹ ਸਾਡੇ ਵਾਸਤੇ ਭਲਾ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਸਾਧੂ ਦਾ ਸੰਗ ਕਰਕੇ ਇਹ ਸਾਨੂੰ ਫਿਰ ਇਹ ਸਮਤ ਮਿਲਦੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਡੇ ਹੱਥ ਨਹੀਂ ਹੈ, ਇਹ ਮਾਲਕ ਦੇ ਵਾਸਤੇ ਜੋ ਉਹਨੂੰ ਪਾਉਂਦਾ ਹੈ ਉਹੀਓ ਕਰਦਾ ਹੈ, ਤੇ ਸਾਡੇ ਵਾਸਤੇ ਫਿਰ ਉਹੀਓ ਭਲਾ, ਉਹੀਓ ਚੰਗਾ। ਅੱਗੇ ਮਾਰੇ ਫਰਮਾਉਂਦੇ ਅਨ ਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਨ ਆਪ ਬਚੇ। ਬਈ ਇਹ ਅਣਜਾਣ ਕਰਕੇ ਹੀ ਇਹ ਵਿਖ ਦੇ ਵਿੱਚ ਫਸਦਾ, ਜ਼ਹਿਰ ਦੇ ਵਿੱਚ ਫਸਦਾ। ਜਿਵੇਂ ਇਹ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਬੜਾ ਸਿਆਣਾ, ਮੈਂ ਬੜਾ ਚਤਰ ਹਾਂ, ਤੇ ਫਿਰ ਫਸੇ ਕਿਉਂ? ਫਿਰ ਜੇ ਜਾਣਦਾ ਹੋਵੇ, ਜੇ ਇੰਨਾ ਹੀ ਸਿਆਣਾ ਹੋਵੇ, ਤੇ ਫਿਰ ਤਾਂ ਵਿਖ ਜ਼ਹਿਰ ਦੇ ਵਿੱਚ ਫਸੇ ਹੀ ਨਾ। ਪਰ ਇਹ ਫਸਦਾ ਤਾਈਓ ਆ ਕਿਉਂਕਿ ਇਹ ਅਣਜਾਣ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਨੂੰ ਸੋਝੀ ਆਉਂਦੀ, ਆਪਾਂ ਸੰਗਤ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਤਾਂ ਇੰਨਾ ਵਿਖ ਖਾਣ ਦੇ, ਜ਼ਹਿਰ ਖਾਣ ਦੇ ਆਦੀ ਹੋ ਗਏ ਕਿ ਅਸੀਂ ਅੰਮ੍ਰਿਤ ਛੱਡ ਕੇ, ਅੰਮ੍ਰਿਤ ਨੂੰ ਵੀ ਨਾਮ ਛੱਡ ਕੇ ਅਸੀਂ ਵਿਖ ਜ਼ਹਿਰ ਹੀ ਖਾਈ ਜਾਂਦੇ। ਤੇ ਇਸ ਜ਼ਹਿਰ ਦੇ ਨਾਲ ਹੀ, ਵਿਖ ਦੇ ਨਾਲ ਹੀ ਅਸੀਂ ਪਿਆਰ ਪਾਇਆ ਹੋਇਆ। ਜਦੋਂ ਸਾਨੂੰ ਸੋਝੀ ਆਉਂਦੀ, ਫਿਰ ਅਸੀਂ ਬੇਨਤੀ ਕਰਦੇ, ਮਾਲਕ ਹਮ ਔਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛੋੜ ਵਿਖੇ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਬਈ ਐਸਾ ਅਸੀਂ ਮਾਇਆ ਦੇ ਵਿੱਚ, ਭਰਮ 'ਚ ਭੁੱਲੇ ਹਾਂ, ਐਸਾ ਅਸੀਂ ਵਿਖ ਜ਼ਹਿਰ ਖਾਣ ਦੇ ਆਦੀ ਹੋਏ ਹਾਂ। ਅਸੀਂ ਜਿਹੜੀ ਪ੍ਰੀਤ ਉਹ ਲਾਈ ਆਪਦੇ ਪਰਿਵਾਰ ਨਾਲ, ਬੱਚਿਆਂ ਨਾਲ, ਸੰਸਾਰ ਦੇ ਵਿੱਚ ਅਸੀਂ ਪਿਆਰ ਪਾਇਆ, ਮੋਹ ਪਾਇਆ, ਤੇ ਮਾਲਕ ਦੇ ਨਾਲ ਤਾਂ ਸਾਡੀ ਪ੍ਰੀਤ ਹੈ ਹੀ ਨਹੀਂ, ਉਹਦੇ ਨਾਲ ਤਾਂ ਅਸੀਂ ਪਿਆਰ ਪਾਇਆ ਹੀ ਨਹੀਂ। ਇਸ ਵਾਸਤੇ ਫਿਰ ਜੇ ਅਸੀਂ ਸਿਆਣੇ ਹੋਈਏ ਤੇ ਫਿਰ ਅਸੀਂ ਇਹ ਵਿਖ ਜ਼ਹਿਰ ਦੇ ਵਿੱਚ ਅਸੀਂ ਜਾਈਏ ਕਿਉਂ? ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਫਿਰ ਸਾਡਾ ਮਨ ਨਿਮਾਣਾ ਹੋ ਜਾਂਦਾ, ਨੀਵਾਂ ਹੋ ਜਾਂਦਾ। ਅਸੀਂ ਕੋਈ ਇਹ ਦਾਅਵਾ ਨਹੀਂ ਕਰਦੇ ਮਾਲਕ ਨੂੰ
ਬਈ ਦੇਖ ਅਸੀਂ ਬਿਲਕੁਲ ਸ਼ੁੱਧ ਹੋ ਗਏ ਹਾਂ, ਬਈ ਅਸੀਂ ਬਿਲਕੁਲ ਔਗਣਾਂ ਤੋਂ ਰਹਿਤ ਹੋ ਗਏ ਹਾਂ, ਸਾਡੇ ਵਿੱਚ ਹੁਣ ਕੋਈ ਔਗਣ ਨਹੀਂ ਹੈ, ਜਾਂ ਅਸੀਂ ਇੰਨੇ ਪਵਿੱਤਰ ਹੋ ਗਏ ਹਾਂ ਬਈ ਹੁਣ ਸਾਡੇ ਮਨ ਤੇ ਮੈਲ ਨਹੀਂ ਹੈ। ਗੁਰਮੁਖ ਇਹ ਕੋਈ ਦਾਅਵਾ ਕਰਦਾ ਹੀ ਨਹੀਂ, ਉਹ ਤਾਂ ਸਗਨ ਤੇ ਇੰਨਾ ਨਿਮਾਣਾ ਇੰਨਾ ਨੀਵਾਂ ਹੋ ਜਾਂਦਾ ਹੈ। ਉਹ ਤਾਂ ਕਹਿੰਦਾ ਵੀ ਜਿੰਨੇ ਔਗਣ ਮੇਰੇ ਵਿੱਚ ਨੇ ਉਹਨੇ ਕਿਸੇ ਵਿੱਚ ਹੋਰ ਆਉਣੀ ਨਹੀਂ। ਬਈ ਮੇਰੇ ਵਿੱਚ ਇੰਨੇ ਔਗਣ ਜਿੱਦਾਂ ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚ ਪਾਣੀ ਹੈ ਵੀ ਜਿਹੜਾ ਨਾਪਿਆ ਤੇ ਤੋਲਿਆ ਨਹੀਂ ਜਾ ਸਕਦਾ ਵੀ ਕਿੰਨਾ ਕੁ, ਇੰਨੇ ਜ਼ਿਆਦਾ ਸਾਡੇ ਵਿੱਚ ਔਗਣ ਨੇ। ਮਾਰੇ ਫਰਮਾਉਂਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਬਾਪ ਡੁੱਬਦੇ ਪੱਥਰ ਤਾਰੇ। ਵੀ ਜੇ ਤੇਰੀ ਦਇਆ ਹੋ ਜੀ ਤੇ ਤੂੰ ਸਾਨੂੰ ਪੱਥਰ ਰੂਪ ਜਿਹੜਾ ਅਸੀਂ ਹੋ ਗਏ ਹਾਂ ਸਾਨੂੰ ਤੂੰ ਤਾਰ ਸਕਦਾ, ਕਿਉਂਕਿ ਸਾਡੇ ਤਾਂ ਇੰਨੇ ਔਗਣ ਨੇ, ਔਗਣਾਂ ਦਾ ਭਾਰ ਇੰਨਾ ਹੈ ਜਿਵੇਂ ਪੱਥਰ ਦਾ ਭਾਰ ਹੁੰਦਾ, ਪੱਥਰ ਨੂੰ ਪਾਣੀ 'ਚ ਸੁੱਟੀ ਉਹਨੂੰ ਤਾਂ ਡੁੱਬਣਾ ਹੀ ਡੁੱਬਣਾ। ਇਸੇ ਤਰ੍ਹਾਂ ਹੀ ਸਾਡੇ ਵਿੱਚ ਇੰਨੇ ਔਗਣ ਨੇ ਵੀ ਅਸੀਂ ਡੁੱਬਾਂਗੇ ਡੁੱਬਾਂਗੇ, ਜੇ ਤੇਰੀ ਦਇਆ ਹੋਵੇ ਤੂੰ ਕਿਰਪਾ ਕਰੇ ਤੇ ਕੱਢ ਲਵੇ ਬਾਂਹ ਫੜ ਕੇ, ਨਹੀਂ ਅਸੀਂ ਤਾਂ ਡੁੱਬੇ ਡੁੱਬੇ। ਫਿਰ ਇਸ ਅਵਸਥਾ ਦੇ ਵਿੱਚ ਜਦੋਂ ਸਾਡਾ ਮਨ ਆਉਂਦਾ ਹੈ ਫਿਰ ਅਸੀਂ ਬੇਨਤੀਆਂ ਜੋਦੜੀਆਂ ਕਰਦੇ ਹਾਂ ਤੇ ਫਿਰ ਮਾਲਕ ਦੀ ਕਿਰਪਾ ਹੋਵੇ ਤੇ ਉਹ ਕੱਢ ਲਵੇ ਬਾਂਹ ਫੜ ਕੇ। ਇਸ ਵਾਸਤੇ ਫਿਰ ਮਹਾਰਾਜ ਦੱਸਦੇ ਵੀ ਇਹ ਸਾਡਾ ਮਨ ਅਣਜਾਣ, ਸਾਡਾ ਮਨ ਤਾਈਓਂ ਫਿਰ ਇੱਧਰ ਵਿੱਖ ਦੇ ਵਿੱਚ ਰਚਦਾ, ਇੱਧਰ ਮਾਇਆ ਦੇ ਵਿੱਚ ਰਚਦਾ। ਤੇ ਜੇ ਸਿਆਣਾ ਹੀ ਹੋਵੇ ਤੇ ਫਿਰ ਰਚੇ ਕਿਉਂ ਮਾਇਆ ਦੇ ਵਿੱਚ, ਫਿਰ ਤਾਂ ਰਚੇ ਹੀ ਨਾ। ਇਸ ਵਾਸਤੇ ਫਿਰ ਗੁਰਮੁਖ ਇਹ ਕੋਈ ਦਾਅਵਾ ਨਹੀਂ ਕਰਦੇ, ਉਹ ਤਾਂ ਸਗਨ ਦੀ ਬੇਨਤੀਆਂ ਜੋਦੜੀਆਂ ਕਰਦੇ ਮਾਲਕ ਵੀ ਜੇ ਤੂੰ ਕਿਰਪਾ ਕਰੇ ਅਸੀਂ ਤਾਂ ਮੈਲੇ ਹਾਂ ਵੀ ਤੂੰ ਉਜਲ ਕਰ ਦਵੇਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਵੀ ਅਸੀਂ ਤਾਂ ਮੈਲੇ ਹਾਂ ਤੂੰ ਉਜਲ ਕਰਦਾ, ਅਸੀਂ ਮੂਰਖ ਹਾਂ, ਸਿਆਣਾ ਤਾਂ ਤੂੰ ਹੀ ਹੈ, ਚਤਰ ਤੂੰ ਹੀ ਹੋਏ, ਅਸੀਂ ਤਾਂ ਹੈ ਹੀ ਮੂਰਖ। ਇਸ ਵਾਸਤੇ ਫਿਰ ਐਸੀ ਅਵਸਥਾ ਦੇ ਵਿੱਚ ਜਦੋਂ ਸਾਡਾ ਮਨ ਅੰਦਰੋਂ ਮੰਨਦਾ ਤੇ ਫਿਰ ਮਾਲਕ ਦੀ ਜੋ ਕਿਰਪਾ ਹੈ, ਕਿਰਪਾ ਵਰਤਦੀ ਹੈ। ਫਿਰ ਮਹਾਰਾਜ ਅੱਗੇ ਦੱਸਦੇ ਭਰਮੇ ਭੂਲਾ ਦਇ ਦਿਸ ਧਾਵੇ, ਨਿਮਕ ਮਾਹੀ ਚਾਰ ਕੁੰਟ ਫਿਰ ਆਵੇ। ਮਨ ਮਾਇਆ ਦੇ ਵਿੱਚ ਮੋਹਿਆ ਹੋਇਆ, ਭਰਮ ਦੇ ਵਿੱਚ ਭੁੱਲਿਆ ਹੋਇਆ, ਫਿਰ ਇਹ ਦਸਾਂ ਦਿਸ਼ਾਵਾਂ ਵੱਲ ਭੱਜਦਾ, ਕਦੇ ਉੱਪਰ ਜਾਂਦਾ, ਕਦੇ ਥੱਲੇ ਜਾਂਦਾ, ਕਦੇ ਇੱਧਰ ਅੱਠਾਂ ਦਿਸ਼ਾਵਾਂ ਵੱਲ ਜਾਂਦਾ, ਭੱਜਿਆ ਫਿਰਦਾ। ਇੰਨਾ ਜ਼ਿਆਦਾ ਵਿਚਾਰਾਂ 'ਚ ਭੱਜਦਾ ਹੈ ਕਿ ਇੱਕ ਨਿਮਖ ਦੇ ਵਿੱਚ 4 ਕੁੰਡਾਂ ਦਾ ਚੱਕਰ ਲਾਇਆ ਹੁੰਦਾ ਵੀ ਅੱਖ ਦੇ ਫੁਲਕਾਰੇ ਦੇ ਨਾਲ ਹੀ, ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਇਹ ਸਾਰੇ ਪਾਸੇ ਚੱਕਰ ਲੱਗ ਕੇ ਆ ਜਾਂਦਾ। ਇੰਨਾ ਜ਼ਿਆਦਾ ਇਹ ਮਨ ਹੈ ਜਿਹੜਾ ਭੱਜਦਾ। ਸੋ ਇਸ ਵਾਸਤੇ ਹੁਣ ਇਹ ਜਿਹੜਾ ਮਨ ਭੱਜਦਾ ਇੰਨਾ, ਫਿਰ ਇਹ ਮਨ ਟਿਕਦਾ ਹੈ ਗੁਰੂ ਦੇ ਸ਼ਬਦ ਦੁਆਰਾ। ਇਹ ਜਿਹੜਾ ਮਨ ਭੱਜਦਾ ਇਹਨੂੰ ਰੋਕਣ ਦੇ 2 ਤਰੀਕੇ ਫਿਰ ਮਹਾਰਾਜ ਦੱਸਦੇ ਵੀ ਇੱਕ ਹੈ ਸਿਮਰਨ ਸ਼ਬਦ ਦੀ ਕਮਾਈ ਤੇ ਨਾਲ ਨਾਲ ਸ਼ਬਦ ਦੀ ਵਿਚਾਰ, ਗੁਰੂ ਦੀ ਮੱਤ। ਇਹ ਜਿਹੜਾ ਮਨ ਹੈ ਇਹ ਟਿਕ ਜਾਂਦਾ, ਫਿਰ ਇਹ ਕਾਬੂ 'ਚ ਆ ਜਾਂਦਾ। ਮਾਰੇ ਫਰਮਾਉਂਦੇ ਮਨੂਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ।
ਹੁਣ ਜਿਹਦੀ ਇੰਨੀ ਸਪੀਡ ਮੰਨਦੀ ਵੀ ਇੱਕ ਨਿਮਕ ਦੇ ਵਿੱਚ ਚਾਰਾਂ ਦਿਸ਼ਾਵਾਂ ਦਾ, ਚਾਰਾਂ ਕੁੰਡਾਂ ਦਾ ਚੱਕਰ ਲਾ ਕੇ ਆ ਜਾਂਦਾ, ਉਹਨੂੰ ਬੰਨਣਾ ਕੋਈ ਸੌਖੀ ਗੱਲ ਥੋੜ੍ਹੀ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਮਨ ਫੇਰ ਵਸ 'ਚ ਆਉਂਦਾ ਜੇ ਪੂਰਨ ਮਾਲਕ ਦੀ ਕਿਰਪਾ ਵਰਤੇ ਤਾਂ। ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਵੇ। ਬਈ ਜੇ ਮਾਲਕ ਦੀ ਪੂਰਨ ਕਿਰਪਾ ਹੋਵੇ ਪੂਰੀ, ਤੇ ਮਨ ਨੂੰ ਬੰਨਿਆ ਜਾ ਸਕਦਾ, ਮਨ ਨੂੰ ਰੋਕਿਆ ਜਾ ਸਕਦਾ, ਨਹੀਂ ਤੇ ਰੁਕਦਾ ਹੀ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਮਨ ਨੂੰ ਰੋਕਣ ਵਾਸਤੇ ਮੇਰੇ ਗੁਰੂ ਦਾ ਜੋ ਗਿਆਨ ਹੈ, ਮੇਰੇ ਗਿਆਨ ਕੰਮ ਕਰਦਾ, ਗਿਆਨ ਦਾ ਨੂੰ ਰੱਸਾ ਪਾਵੇ, ਬੰਦ ਹੀ। ਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਸੰਤ ਸਾਧੂ ਜਨਾਂ ਦਾ ਸੰਗ ਨਹੀਂ ਕਰਦੇ, ਸਾਨੂੰ ਗਿਆਨ ਹੀ ਨਹੀਂ ਹੁੰਦਾ। ਮਹਾਰਾਜ ਉਦਾਹਰਨ ਦਿੰਦੇ ਵੀ ਜਿਵੇਂ ਕੁੰਭ ਹੁੰਦਾ ਹੈ ਘੜਾ, ਉਸ ਘੜੇ ਨੂੰ ਮਿੱਟੀ ਨੂੰ ਗੁੰਨ ਕੇ ਉਹਨੂੰ ਘੜਾ ਤਿਆਰ ਕੀਤਾ ਜਾਂਦਾ, ਮਿੱਟੀ ਤੇ ਪਾਣੀ ਦੁਬਾਰਾ। ਹੁਣ ਉਹ ਘੜਾ ਜਦੋਂ ਤਿਆਰ ਹੋ ਜਾਂਦਾ, ਘੜੇ ਦੇ ਵਿੱਚ ਪਾਣੀ ਰੁਕ ਜਾਂਦਾ, ਪਾਣੀ ਖੜ ਜਾਂਦਾ। ਇਸੇ ਤਰ੍ਹਾਂ ਹੀ ਫਿਰ ਇਹ ਗੁਰੂ ਦਾ ਗਿਆਨ, ਜਿਹਦੇ ਦੁਆਰਾ ਫਿਰ ਮਨ ਨੂੰ ਠਹਿਰਾਇਆ ਜਾਂਦਾ, ਮਨ ਨੂੰ ਰੋਕ ਦਿੱਤਾ ਜਾਂਦਾ, ਖੜ ਜਾਂਦਾ। ਮਹਾਰਾਜ ਫਰਮਾਉਂਦੇ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਬਈ ਗਿਆਨ ਦਾ ਵੱਧਾ ਹੋਇਆ ਮਨ ਰੁਕਦਾ, ਪਰ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ। ਜਦ ਤੱਕ ਜੀਵ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ, ਉਹਨੂੰ ਗਿਆਨ ਨਹੀਂ ਹੁੰਦਾ ਵੀ ਮਨ ਨੂੰ ਕਿਵੇਂ ਬੰਨਣਾ। ਇਸ ਵਾਸਤੇ ਫਿਰ ਜਦੋਂ ਆਪਾਂ ਇਹ ਗਿਆਨ ਲੈਂਦੇ ਸਤਿਗੁਰਾਂ ਤੋਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹਦੇ ਮਨ ਨੂੰ ਬੰਨ੍ਹਦੇ ਹਾਂ, ਇਹਦੇ ਮਨ ਟਿਕਾਊ ਵਿੱਚ ਆਉਂਦਾ, ਫਿਰ ਇਹ ਰੁਕਦਾ ਹੈ। ਫੇਰ ਮਹਾਰਾਜ ਦੱਸਦੇ ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਬਈ ਮਾਲਕ ਫਿਰ ਜਿਨ੍ਹਾਂ ਤੇ ਕਿਰਪਾ ਕਰਦਾ, ਉਹਨਾਂ ਨੂੰ ਆਪਣੀ ਭਗਤੀ ਦੇ ਉੱਤੇ ਲਾਉਂਦਾ, ਤੇ ਭਗਤੀ ਤੇ ਲਾਉਂਦਾ ਤੇ ਉਹਨਾਂ ਨੂੰ ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ, ਉਹਨਾਂ ਨੂੰ ਫਿਰ ਇਹ ਨਾਮ ਮਿਲਦਾ। ਤੇ ਨਾਮ ਦੇ ਨਾਲ ਜੁੜਨਾ ਹੀ ਇਹ ਭਗਤੀ ਹੈ। ਜਦੋਂ ਆਪਾਂ ਅੰਦਰੋਂ ਸ਼ਬਦ ਗੁਰੂ ਨਾਮ ਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ, ਇਸ ਨੂੰ ਫਿਰ ਕਹਿੰਦੇ ਵੀ ਇਹ ਭਗਤੀ, ਇਹ ਭਗਤੀ ਕਰਦੇ। ਮਹਾਰਾਜ ਕਹਿੰਦੇ ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਵੀ ਗੁਰੂ ਦੀ ਸੇਵਾ ਕਰਨੀ ਹੀ ਇਹ ਭਗਤੀ। ਤੇ ਇਸੇ ਭਗਤੀ ਨੂੰ ਹੀ ਫਿਰ ਕਹਿੰਦੇ ਵੀ ਸਾਨੂੰ ਆਪਣੀ ਭਗਤੀ ਦੇ ਉੱਤੇ ਲਾਵੋ। ਵੀ ਜੋ ਅਸੀਂ ਆਕਾਰਾਂ ਦੇ ਵਿੱਚ ਤੁਰੇ ਆ ਰਹੇ ਹਾਂ, ਜੂਨਾਂ ਦੇ ਵਿੱਚ ਅੱਗੇ ਦੀ ਅੱਗੇ ਤੁਰੇ ਆ ਰਹੇ ਹਾਂ, ਤੇ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ ਤੇ ਲਾਵੋ। ਤੇ ਭਗਤੀ ਸਾਡੀ ਸ਼ੁਰੂ ਹੋਣੀ ਨਾਮ ਤੋਂ, ਇਹ ਸਹਿਜ ਧੁਨ ਤੋਂ। ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ, ਉਹਨਾਂ ਸਮਾਂ ਸਾਡਾ ਮਨ ਪੂਰਨ ਤੌਰ ਤੇ ਸ਼ੁੱਧ ਨਹੀਂ ਹੁੰਦਾ, ਨਿਰਮਲ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਕਿ ਸਾਡੀ ਭਗਤੀ ਹੋਣੀ ਸਹਿਜ ਧੁਨ ਤੋਂ, ਨਾਮ ਤੋਂ ਸ਼ੁਰੂ। ਤੇ ਜਦ ਤੱਕ ਅਸੀਂ ਇਹ ਭਗਤੀ ਨਹੀਂ ਕਰਦੇ, ਸਾਡੇ ਮਨ ਦੀ ਮੈਲ ਨਹੀਂ ਜਾਂਦੀ। ਸਾਡਾ ਜਿਹੜਾ ਮਨ ਹੈ ਉਹ ਮਨ ਸ਼ੁੱਧ ਨਹੀਂ ਹੁੰਦਾ, ਪੂਰਨ ਤੌਰ ਤੇ ਨਿਰਮਲ ਨਹੀਂ ਹੁੰਦਾ ਹੈ। ਸੋ ਇਸ ਵਾਸਤੇ ਫਿਰ ਜਿਨ੍ਹਾਂ ਤੇ ਮਾਲਕ ਕਿਰਪਾ ਕਰਦੇ, ਉਹਨਾਂ ਨੂੰ ਆਪਣੀ ਭਗਤੀ ਤੇ ਲਾਉਂਦੇ, ਉਹਨਾਂ ਨੂੰ ਫਿਰ ਨਾਮ ਦੀ ਦਾਤ ਦਿੰਦੇ। ਇਸ ਲਈ ਫਿਰ ਉਦੋਂ ਕਹਿੰਦੇ ਵੀ ਇਹ ਗੁਰਸਿੱਖ ਹੀ ਵੱਡੇ ਭਾਗਾਂ ਵਾਲੇ, ਇਹ ਵੱਡੇ ਭਾਗੀ ਨੇ ਵੀ ਇਹਨਾਂ ਨੂੰ ਮਾਲਕ ਤੋਂ ਨਾਮ ਦੀ ਜਿਹੜੀ ਦਾਤ ਸੀ ਉਹ ਪ੍ਰਾਪਤ ਹੋ ਗਈ। ਮਹਾਰਾਜ ਫਰਮਾਉਂਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ ਕਿ ਵੱਡੇ ਭਾਗਾਂ ਵਾਲੇ ਨੇ।
ਵੇਰ ਮਹਾਰਾਜ ਅੱਗੇ ਫਰਮਾਉਂਦੇ ਨੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਵੀ ਮਾਲਕ ਇੱਕ ਛਿਨ ਦੇ ਵਿੱਚ ਹੀ ਜੇ ਉਹ ਚਾਹੇ ਤੇ ਉਹ ਕਿਰਪਾ ਕਰ ਦਿੰਦਾ, ਉਹ ਕੀੜੇ ਤੋਂ ਉਹ ਰਾਜਾ ਬਣਾ ਦਿੰਦਾ। ਕਿ ਸਾਡਾ ਜਿਹੜਾ ਮਨ ਪਹਿਲਾਂ ਜਦੋਂ ਮਾਇਆ ਦੇ ਵਿੱਚ ਹੁੰਦਾ, ਤ੍ਰੈ ਗੁਣਾਂ ਦੇ ਵਿੱਚ, ਇਹ ਕੀੜਾ ਬਣਿਆ ਹੁੰਦਾ, ਕਰਮ ਬਣਿਆ ਹੁੰਦਾ। ਜਦੋਂ ਹੁਣ ਆਪਾਂ ਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਆਪਾਂ ਸਤ ਸੰਗਤ ਕਰਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਆਪਦੇ ਘਰ ਨੂੰ ਤਾਂ ਜਾਣਦੇ ਨਹੀਂ, ਨਿਜ ਮਹਿਲ 10ਵੇਂ ਦੁਆਰ ਨੂੰ, ਨਾ ਅਸੀਂ ਆਪਦੇ ਦੇਸ਼ ਨੂੰ ਜਾਣਦੇ ਹਾਂ। ਵੀ ਅਸੀਂ ਤਾਂ ਇਹ ਜਿਹੜਾ ਸਰੀਰ ਹੈ ਇਹਨੂੰ ਹੀ ਆਪਦਾ ਸਮਝਦੇ ਹਾਂ, ਤੇ ਇਹਨੂੰ ਹੀ ਦਿਨ ਰਾਤ ਪਾਲੀ ਜਾਂਦੇ ਹਾਂ, ਇਹਦੇ ਵਾਸਤੇ ਹੀ ਕਰੀ ਜਾਂਦੇ ਹਾਂ, ਤੇ ਇਹਦੇ ਤੇ ਹਉਮੈ ਹੰਕਾਰ ਵੀ ਕਰਦੇ ਹਾਂ, ਇਹਨੂੰ ਸਵਾਰ ਕੇ। ਫਿਰ ਜਦੋਂ ਇਹਦੇ ਅੰਦਰ ਝਾਤੀ ਮਾਰਦੇ ਹਾਂ, ਸਤਿਗੁਰ ਕਹਿੰਦੇ ਇਹਦੇ ਅੰਦਰ ਦੇਖੋ ਵੀ ਇਹਦੇ ਅੰਦਰ ਕੀ ਹੈ ਜਿਹਦੇ ਤੇ ਤੁਸੀਂ ਹਉਮੈ ਹੰਕਾਰ ਕਰਦੇ ਹੋ। ਹੁਣ ਸਾਨੂੰ ਪਤਾ ਨਹੀਂ ਵੀ ਇਹਦੇ ਵਿੱਚ ਕੀ ਹੈ, ਤੇ ਉਹ ਫਿਰ ਸਾਨੂੰ ਖੋਲ੍ਹ ਕੇ ਦੱਸਦੀ ਵੀ ਇਹਦੇ ਵਿੱਚ ਵਿਸ਼ਟ ਹੈ, ਗੰਦਗੀ ਹੈ, ਇਹਦੇ 'ਚ ਖੂਨ ਹੈ, ਤੇ ਅੰਦਰ ਹੱਡੀਆਂ, ਤੇ ਉੱਤੇ ਇਹਦਾ ਹੀ ਚਮੜਾ ਲਪੇਟਿਆ ਹੋਇਆ। ਗੰਦਗੀ ਤੋਂ ਬਿਨਾਂ ਹੋਰ ਇਹਦੇ ਵਿੱਚ ਹੈ ਕੁਛ ਨਹੀਂ। ਮਾਰੇ ਕਹਿੰਦੇ ਵਿਸ਼ਟ ਅਸਤ ਰਗਤ ਪਰੇਟੀ ਚਾਮ, ਤੇ ਸੋ ਪਰਲੇ ਰੱਖਿਓ ਘਮਣ। ਵੀ ਜਿਹੜਾ ਮਨਮੁਖ ਜੀਵ ਇਹ ਚੰਮ ਦਾ ਹੀ ਹੰਕਾਰ ਕਰੀ ਜਾਂਦਾ, ਉਹ ਇਹ ਗੰਦਗੀ ਦਾ ਹੀ ਹੰਕਾਰ ਕਰੀ ਜਾਂਦਾ। ਤੇ ਜਦੋਂ ਸਾਨੂੰ ਸੋਝੀ ਆਉਂਦੀ, ਫਿਰ ਸਾਨੂੰ ਪਤਾ ਲੱਗਦਾ ਵੀ ਗੰਦਗੀ ਦੇ ਵਿੱਚ ਤਾਂ ਕਿਰਮ ਵੱਸਦੇ ਨੇ, ਕੀੜੇ ਵੱਸਦੇ ਨੇ। ਫਿਰ ਆਪਾਂ ਸਤਿਗੁਰਾਂ ਦੀ ਸ਼ਰਨ 'ਚ ਆਉਂਦੇ, ਫਿਰ ਬੇਨਤੀ ਕਰਦੇ ਹਾਂ ਵੀ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਇਹ ਗੰਦਗੀ ਦੇ ਢੇਰ ਦੇ ਵਿੱਚੋਂ ਬਾਹਰ ਕੱਢ ਲਓ, ਸਾਨੂੰ ਆਪਣੇ ਘਰ ਲੈ ਚੱਲੋ, ਸਾਡੇ ਵੀ ਹਿਰਦੇ 'ਚ ਪ੍ਰਕਾਸ਼ ਹੋ ਜੇ, ਅਸੀਂ ਵੀ ਆਪਦਾ ਘਰ ਦੇਖ ਲਈਏ ਜਿੱਥੇ ਆਨੰਦ ਹੀ ਆਨੰਦ, ਜਿੱਥੇ ਸੁੱਖ ਹੀ ਸੁੱਖ। ਫਿਰ ਅਸੀਂ ਆਪਦੇ ਆਪ ਹੀ ਮੰਨ ਲੈਂਦੇ ਹਾਂ ਜੋ ਮਹਾਰਾਜ ਕਹਿੰਦੇ, ਹਮ ਕੀੜੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਇਹ ਅਸੀਂ ਕੀੜੇ ਹਾਂ, ਅਸੀਂ ਕਿਰਮ ਹਾਂ, ਅਸੀਂ ਗੰਦਗੀ ਦੇ ਵਿੱਚ ਬੈਠੇ, ਗੰਦਗੀ ਦੇ ਢੇਰ ਤੇ ਬੈਠੇ, ਅਸੀਂ ਗੰਦਗੀ ਖਾਣ ਦੇ ਆਦੀ ਹੋ ਗਏ। ਵੀ ਤੁਸੀਂ ਸਾਡੇ ਤੇ ਕਿਰਪਾ ਕਰੋ। ਤੇ ਜਦੋਂ ਫਿਰ ਮਾਲਕ ਕਿਰਪਾ ਕਰਦੇ, ਉਹ ਸਾਨੂੰ ਕੀੜੇ ਤੋਂ, ਗੰਦਗੀ 'ਚੋਂ ਕੱਢ ਕੇ ਸਾਨੂੰ ਘਰ ਲੈ ਜਾਂਦੇ, ਨਿਜ ਮਹਿਲ ਦੇ ਵਿੱਚ, ਫਿਰ ਘਰ 10ਵੇਂ ਦੁਆਰ ਦੇ ਵਿੱਚ। ਉੱਥੇ ਜਦੋਂ ਅਸੀਂ ਜਾਂਦੇ ਹਾਂ, ਉਹੀਓ ਸਾਡਾ ਮਨ ਜਿਹੜਾ ਪਹਿਲਾਂ ਕਿਰਮ ਬਣਿਆ ਬੈਠਾ ਸੀ, ਕੀੜਾ, ਉਹਨੂੰ ਫਿਰ ਰਾਜਾ ਬਣਾ ਦਿੰਦੇ। ਕਿਉਂਕਿ ਮਨ ਨੂੰ ਬਣਾਇਆ ਤਾਂ ਰਾਜਾ ਹੀ ਹੈ ਮਾਲਕ ਨੇ, ਪਰ ਇੱਧਰ ਆ ਕੇ ਬੈਖ ਯਹਿਰ ਦੇ ਵਿੱਚ ਆ ਕੇ ਕੀੜਾ ਕਿਰਮ ਬਣ ਗਈ। ਹੁਣ ਸਾਨੂੰ ਬਣਾ ਕੇ ਤਾਂ ਰਾਜਾ ਭੇਜਿਆ ਮਹਾਰਾਜ ਨੇ। ਇਹ ਕਾਇਆ ਨੂੰ ਨਗਰੀ ਕਹਿੰਦੇ, ਮਨ ਨੂੰ ਰਾਜਾ ਆਖਿਆ, ਤੇ ਰਾਜੇ ਵਾਸਤੇ ਸਪੈਸ਼ਲ ਮਹਿਲ ਬਣਾਇਆ। ਫਰਮਾਉਂਦੇ ਕਾਇਆ ਨਗਰੀ ਇਹ ਮਨ ਰਾਜਾ, ਵੀ ਇਹ ਕਾਇਆ ਨਗਰੀ ਤੇ ਮਨ ਰਾਜਾ ਹੈ। ਰਾਜਾ ਇੱਥੇ ਰਹਿ ਕੇ ਸੌਂ ਗਿਆ, ਭਰਮ 'ਚ ਪੈ ਗਿਆ, ਵਿਖ ਜ਼ਹਿਰ ਖਾਣ ਦਾ ਆਦੀ ਹੋ ਗਿਆ। ਤੇ ਮਾਲਕ ਫਿਰ ਜਦੋਂ ਕਿਰਪਾ ਕਰਦੇ, ਉਹ ਇੱਕ ਛਿਨ ਦੇ ਵਿੱਚ ਹੀ ਫਿਰ ਇਹ ਕੀੜੇ ਤੋਂ ਇਸ ਨੂੰ ਰਾਜਾ ਬਣਾ ਦਿੰਦੇ, ਇਹਨੂੰ ਰਾਜ ਸੌਂਪ ਦਿੰਦੇ। ਇਸ ਲਈ ਫਿਰ ਇਹ ਮਾਲਕ ਦੀ ਵਡਿਆਈ ਹੈ। ਆਰ ਬ੍ਰਹਮ ਗਰੀਬ ਨਵਾਜ, ਬਈ ਆਰ ਬ੍ਰਹਮ ਪਰਮਾਤਮਾ ਜਿਹੜੇ ਫਿਰ ਸਤਿਗੁਰਾਂ ਦੀ ਸ਼ਰਨ 'ਚ ਆਉਂਦੇ, ਆ ਕੇ ਢਹਿੰਦੇ, ਜਿਹੜੇ ਕਬੂਲ ਕਰ ਲੈਂਦੇ ਵੀ ਅਸੀਂ ਬਾਕੀ ਕੀੜੇ ਕਿਰਮ, ਫਿਰ ਉਹਨਾਂ 'ਤੇ ਮਾਲਕ ਕਿਰਪਾ ਕਰਦੇ। ਜਿਹੜੇ ਮਨ ਨੇ ਮੰਨ ਲਿਆ ਵੀ ਵਾਕਈ ਮੈਂ ਗਰੀਬ ਹਾਂ, ਮੈਂ ਮਸਕੀਨ ਹਾਂ, ਜਿਹੜਾ ਢਹਿ ਪਿਆ, ਤੇ ਉਹਦੇ 'ਤੇ ਕਿਰਪਾ ਕਰ ਦਿੰਦੇ। ਉਹਨੂੰ ਫਿਰ ਉਹ ਕੱਢ ਕੇ ਇੱਥੋਂ ਵਿਖ ਦੇ ਵਿੱਚੋਂ, ਜ਼ਹਿਰ ਦੇ ਵਿੱਚੋਂ, ਗੰਦਗੀ ਦੇ ਢੇਰ 'ਚੋਂ ਉਹਨੂੰ ਮਹਿਲ ਦੇ ਵਿੱਚ ਲੈ ਜਾਂਦੇ, ਤੇ ਉਹਨੂੰ ਰਾਜ ਸੌਂਪ ਦਿੰਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਪਰਮਾਤਮਾ ਉਹ ਗਰੀਬ ਨਵਾਜ, ਬਈ ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਬਈ ਉਹ ਕੀੜਿਆਂ ਨੂੰ ਥਾਪਣ ਵਾਲਾ। ਜਿਵੇਂ ਮਹਾਰਾਜ ਦੱਸਦੇ ਵੀ ਪਹਿਲਾਂ ਅਸੀਂ ਤਾਂ ਕਿਰਮ ਕੀੜੇ ਬਣੇ ਬੈਠੇ ਸੀ, ਬਈ ਅਸੀਂ ਰੁਲਦੇ ਫਿਰਨਾ ਸੀ ਇੱਧਰ ਗੰਦਗੀ ਦੇ ਵਿੱਚ,
ਤੇ ਸਾਡੀ ਕਿਸੇ ਨੇ ਬਾਤ ਨਹੀਂ ਸੀ ਪੁੱਛਣੀ। ਪਰ ਸਤਿਗੁਰ ਨੇ ਕਿਰਪਾ ਐਸੀ ਕੀਤੀ, ਮਾਲਕ ਨੇ ਵੀ ਸਾਨੂੰ ਕੀੜਿਆਂ ਨੂੰ ਥਾਪ ਦਿੱਤਾ, ਸਾਨੂੰ ਕੀੜਿਆਂ ਤੋਂ ਰਾਜੀ ਬਣਾ ਦਿੱਤਾ। ਮਾਰੇ ਫਰਮਾਉਂਦੇ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਵੀ ਐਸੀ ਗੁਰੂ ਨੇ ਕਿਰਪਾ ਕੀਤੀ, ਐਸੀ ਸਾਧੂ ਜਨਾਂ ਦੀ, ਸੰਤਾਂ ਦੀ ਕਿਰਪਾ ਹੋਈ ਵੀ ਜੋ ਸਾਡਾ ਮਨ ਪਹਿਲਾਂ ਕੈਰਮ ਕੀੜਾ ਬਣਿਆ ਬੈਠਾ ਸੀ, ਜਿਹਨੇ ਇੱਥੇ ਰੁਲਣਾ ਸੀ ਜੂਨਾਂ ਦੇ ਵਿੱਚ, ਤੇ ਉਸ ਨੂੰ ਮਾਲਕ ਨੇ ਪਾਤਸ਼ਾਹੀ ਸੌਂਪ ਦਿੱਤੀ, ਉਸ ਨੂੰ ਰਾਜਾ ਬਣਾ ਦਿੱਤਾ। ਸੋ ਇਹ ਫਿਰ ਮਾਲਕ ਦੀ ਵਡਿਆਈ ਹੈ, ਪਰਮਾਤਮਾ ਦੀ। ਫਿਰ ਅੱਗੇ ਮਹਾਰਾਜ ਦੱਸਦੇ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਗਟਾਵੇ। ਬਈ ਮਾਲਕ ਇੰਨੀ ਵਡਿਆਈ ਦਿੰਦਾ ਵੀ ਜਿਹਦੇ ਵਿੱਚ ਫਿਰ ਜੀਵ ਦੇ ਕੋਈ ਗੁਣ ਨਹੀਂ ਹੁੰਦਾ। ਪਹਿਲਾਂ ਜਦੋਂ ਆਪਾਂ ਕੈਰਮ ਬਣੇ ਹੁੰਦੇ, ਗੰਦਗੀ 'ਚ ਰਹਿੰਦੇ, ਉਹ ਤਾਂ ਕੋਈ ਗੁਣ ਤਾਂ ਹੁੰਦਾ ਨਹੀਂ, ਔਗਣਾਂ ਦੇ ਭਰੇ ਹੁੰਦੇ, ਤੇ ਮਾਲਕ ਫਿਰ ਉਸ ਨੂੰ ਤਤਕਾਲ ਹੀ, ਤੁਰੰਤ ਵੀ ਉਹਦੀ ਸੋਭਾ ਜਿਹੜੀ, ਉਹਦੀ ਵਡਿਆਈ, ਉਹ 10 ਦਿਸ਼ਾਵਾਂ ਵੱਲ ਕਰਾ ਦਿੰਦਾ ਵੀ ਇਹ ਮੇਰਾ ਪੁੱਤ ਰਾਜਾ ਹੈ, ਵੀ ਇਹ ਖੇਲ ਜਿੱਤ ਗਿਆ ਹੈ, ਇਹ ਅੱਜ ਤੋਂ ਜੀਵਨ ਮੁਕਤ ਹੈ, ਇਹ ਅਮਰ ਹੋ ਚੁੱਕੀ ਹੈ। ਫਿਰ ਉਹਦੀ ਵਡਿਆਈ, ਉਹਦੀ ਸੋਭਾ ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਵੀ ਕਰਾ ਦਿੰਦਾ। ਇਸ ਲਈ ਮਹਾਰਾਜ ਕਹਿੰਦੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਬਈ ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਮਾਲਕ ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਵੀ ਕਰਾ ਦਿੰਦਾ। ਜਿਨ੍ਹਾਂ ਨੂੰ ਉਹਨੇ ਰਾਜ ਸੌਂਪ ਦਿੱਤਾ, ਜਿਨ੍ਹਾਂ ਨੂੰ ਇਥੋਂ ਬਾਹਰ ਕੱਢ ਲਿਆ, ਉਹ ਫਿਰ ਪਰਮਾਤਮਾ ਦਾ ਭਗਤ, ਹਰੀ ਦਾ ਭਗਤ, ਉਹ ਛਪਾਈਆਂ ਛੁਪਦਾ ਨਹੀਂ, ਉਹਨੂੰ ਮਾਲਕ ਆਪ ਪ੍ਰਗਟ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਵੀ ਉਹ ਛਪਾਈਆਂ ਛੁਪਦਾ ਨਹੀਂ, ਉਹਨੂੰ ਮਾਲਕ ਆਪ ਪ੍ਰਗਟ ਕਰ ਦਿੰਦਾ। ਇਸ ਵਾਸਤੇ ਫਿਰ ਜਿਹਦੇ ਵਿੱਚ ਕੋਈ ਗੁਣ ਨਹੀਂ, ਜਦੋਂ ਮਾਲਕ ਕਿਰਪਾ ਕਰਦੇ, ਫਿਰ ਉਹਦੀ ਸੋਭਾ, ਉਹਦੀ ਵਡਿਆਈ ਪਰਲੋਕ ਦੇ ਵਿੱਚ ਵੀ ਹੁੰਦੀ, ਇਸ ਲੋਕ ਵਿੱਚ ਵੀ ਹੁੰਦੀ, ਤੇ ਉਹ ਦੋਵੇਂ ਹੀ ਫਿਰ ਜਹਾਨਾਂ ਦੇ ਵਿੱਚ ਉਸ ਦੀ ਵਡਿਆਈ ਕਰਾ ਦਿੰਦਾ। ਇਹ ਮਹਾਰਾਜ ਦੱਸਦੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਕਾ ਲੇਖਾ ਨਾ ਗਰੇ ਜਗਦੀਸ਼। ਬਈ ਜਿਹਦੇ ਤੇ ਆਪਣੀ ਬਖਸ਼ਿਸ਼ ਕਰਦਾ, ਜਿਹਦੇ ਤੇ ਆਪਣੀ ਦਇਆ ਕਰਦਾ, ਜਿਨ੍ਹਾਂ ਨੂੰ ਬਖਸ਼ ਦਿੰਦਾ, ਫਿਰ ਉਹਨਾਂ ਦਾ ਲੇਖਾ ਨਹੀਂ ਲਿਆ ਜਾਂਦਾ, ਉਹਨਾਂ ਦੇ ਕੋਈ ਔਗਣ ਨਹੀਂ ਵਿਚਾਰਦਾ ਹੈ। ਜਿਨ੍ਹਾਂ ਨੂੰ ਮਾਲਕ ਨੇ ਇੱਕ ਵਾਰ ਆਪਣੇ ਬਣਾ ਲਿਆ, ਤੇ ਉਹਨਾਂ ਦਾ ਫਿਰ ਉਹ ਕੋਈ ਮੁੜ ਕੇ ਔਗਣ ਚਿਤਾਰਦਾ ਹੀ ਨਹੀਂ। ਮਹਾਰਾਜ ਕਹਿੰਦੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਹੁਰ ਕੁਛ ਨਾ ਵਿਚਾਰੇ। ਵੀ ਜਦੋਂ ਉਹਨੇ ਆਪਣਾ ਬਣਾਈ ਲਿਆ, ਫਿਰ ਉਹ ਕਿਸੇ ਦੇ ਕੋਈ ਔਗਣ ਜਾਂ ਕੁਛ ਨਹੀਂ ਵਿਚਾਰਦਾ ਹੈ। ਚਾਹੇ ਅਸੀਂ ਕਹਿੰਦੇ ਵੀ ਔਗਣਾਂ ਦੇ ਭਰੇ ਹੋਏ ਆ, ਉਹ ਫਿਰ ਔਗਣ ਨਹੀਂ ਦੇਖਦਾ, ਉਹ ਵਿਚਾਰਦਾ ਹੀ ਨਹੀਂ ਔਗਣ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਮਾਲਕ ਦੀ, ਉਹ ਮਾਲਕ ਵਾਸਤੇ ਖਰੇ ਨੇ। ਬੇਸ਼ੱਕ ਉਹ ਮੁੱਖੋਂ ਜੇ ਭੁੱਲ ਚੁੱਕ ਕੋਈ ਐਸਾ ਸ਼ਬਦ ਬੋਲਦੇ ਵੀ, ਉਹ ਫਿਰ ਵੀ ਮਾਲਕ ਨੂੰ ਖਰੇ ਨੇ। ਜੇ ਉਹਨਾਂ ਦੇ ਵਿੱਚ ਕੋਈ ਔਗਣ ਵੀ, ਉਹ ਤਾਂ ਵੀ ਮਾਲਕ ਨੂੰ ਭਾਉਂਦੇ ਨੇ। ਮਹਾਰਾਜ ਕਹਿੰਦੇ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਮੁੱਖੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ, ਉਹ ਫਿਰ ਵੀ ਮਾਲਕ ਨੂੰ ਖਰੇ ਨੇ, ਫਿਰ ਵੀ ਉਹਨੂੰ ਭਾਉਂਦੇ। ਇਸ ਲਈ ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ, ਦਇਆ, ਉਹਨਾਂ ਦਾ ਫਿਰ ਉਹ ਮੁੜ ਕੇ ਕੋਈ ਲੇਖਾ ਨਹੀਂ ਉਹਨਾਂ ਤੋਂ ਲਿਆ ਜਾਂਦਾ, ਉਹਨਾਂ ਦਾ ਲੇਖਾ ਮਾਲਕ ਸਾਫ਼ ਕਰ ਦਿੰਦਾ। ਇਸ ਲਈ ਮਹਾਰਾਜ ਕਹਿੰਦੇ, ਚਿੱਤਰ ਗੁਪਤ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵੀ ਉਹਨਾਂ ਦਾ ਲੇਖਾ ਹੀ ਸਾਫ਼ ਕਰ ਦਿੱਤਾ ਮਾਲਕ।
ਕਹਿੰਦਾ ਵੀ ਮੇਰਾ ਬੱਚਾ, ਇਹਦਾ ਸਿੱਧਾ ਸੰਪਰਕ ਮੇਰੇ ਨਾਲ, ਇਹਦਾ ਕੋਈ ਲੇਖਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਤੇ ਮਾਲਕ ਦੀ ਬਖਸ਼ਿਸ਼ ਹੈ ਉਹਨਾਂ ਤੇ ਫਿਰ ਇਹ ਕਿਰਪਾ ਕਰਦੇ। ਇਹ ਮਹਾਰਾਜ ਦੱਸਦੇ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਇਹਦੇ ਮਾਲਕ ਦਾ ਹੀ ਸਾਰਾ ਕੁਝ ਦਿੱਤਾ ਹੋਇਆ, ਉਸ ਦਾ ਹੀ ਇਹ ਸਰੀਰ ਹੈ, ਉਸ ਦੀ ਹੀ ਇਹ ਰਾਸ ਪੂੰਜੀ ਜੋ ਸਾਨੂੰ ਸਵਾਸ ਦੇ ਰਿਹਾ, ਸਾਰਾ ਮਾਲਕ ਦਾ ਹੀ ਸਭ ਕੁਝ ਹੈ। ਜਦੋਂ ਇਹ ਸਾਨੂੰ ਸੋਝੀ ਆ ਜਾਂਦੀ, ਭੇਤ ਆ ਜਾਂਦਾ, ਫਿਰ ਅਸੀਂ ਉਹਨੂੰ ਸੌਂਪ ਦੇਣਾ ਹੈ ਸਾਰਾ ਕੁਝ। ਫਿਰ ਸਾਨੂੰ ਪਤਾ ਲੱਗਦਾ ਵੀ ਮਾਲਕ ਘਟ ਘਟ ਦੇ ਵਿੱਚ ਪਰਮਾਤਮਾ ਹੈ, ਉਹਦਾ ਹੀ ਸਾਰੇ ਪ੍ਰਕਾਸ਼ ਹੈ, ਵੀ ਸਾਡੇ ਵਿੱਚ ਤਾਂ ਸਾਡਾ ਕੁਝ ਹੈ ਹੀ ਨਹੀਂ। ਜਿਸ ਨੂੰ ਮਹਾਰਾਜ ਫਰਮਾਉਂਦੇ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਵੀ ਜਿਹੜਾ ਤੇਰਾ ਸੀ, ਤੇਰਾ ਤੈਨੂੰ ਸੌਂਪ ਦਿੱਤਾ, ਸਾਡਾ ਤਾਂ ਸਾਡੇ ਵਿੱਚ ਕੁਝ ਹੈ ਹੀ ਨਹੀਂ ਹੈ। ਫਿਰ ਪਤਾ ਲੱਗਦਾ ਵੀ ਜਦੋਂ ਤੁਹਾਨੂੰ ਸੌਂਪ ਦਿੰਦੇ ਵੀ ਘਟ ਘਟ ਦੇ ਵਿੱਚ ਉਹ ਮਾਲਕ ਆਪ ਹੀ ਪਰਮਾਤਮਾ ਵਸ ਰਿਹਾ, ਸਾਰਾ ਉਹਦਾ ਹੀ ਖੇਲ ਹੈ, ਵੀ ਦੂਜਾ ਹੋਰ ਨਹੀਂ ਹੈ ਕੋਈ। ਵੀ ਸਭ ਦੇ ਅੰਦਰ ਉਹਦੀ ਹੀ ਜੋਤ ਹੈ ਮਾਲਕ ਦੀ, ਸਭ ਦੇ ਅੰਦਰ ਵੀ ਹੈ ਤੇ ਬਾਹਰ ਵੀ ਉਹੀਓ ਮੌਜੂਦ ਹੈ। ਇਸ ਵਾਸਤੇ ਫਿਰ ਜਿਨ੍ਹਾਂ ਨੇ ਦੇਖਿਆ ਵੀ ਘਟ ਘਟ ਦੇ ਵਿੱਚ ਬ੍ਰਹਮ ਹੈ, ਮਾਲਕ ਹੈ, ਉਹਨਾਂ ਸੰਤਾਂ ਨੇ ਫਿਰ ਸਾਨੂੰ ਵਾਰ-ਵਾਰ ਇਹ ਗੱਲ ਪੁਕਾਰ ਕੇ ਆਖੀ। ਮਹਾਰਾਜ ਕਹਿੰਦੇ, ਘਟ ਘਟ ਮੈਂ ਹਰ ਜੂ ਵਸੀ, ਸੰਤਨ ਕਹਿਓ ਪੁਕਾਰ। ਸੰਤਾਂ ਨੇ ਇਹ ਪੁਕਾਰ ਲਈ ਵੀ ਘਟ ਘਟ ਦੇ ਵਿੱਚ ਉਹ ਹਰੀ ਪਰਮਾਤਮਾ ਵਸ ਰਿਹਾ, ਵੀ ਹੋਰ ਕੋਈ ਨਹੀਂ। ਇਸ ਵਾਸਤੇ ਫਿਰ ਜਿਨ੍ਹਾਂ ਨੇ ਦੇਖਿਆ ਤੇ ਉਹਨਾਂ ਨੇ ਦੇਖ ਕੇ ਆਪ ਨੂੰ ਦੱਸਿਆ। ਇਹ ਮਹਾਰਾਜ ਦੱਸਦੇ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਦੇਖ ਵਡਾਈ। ਵੀ ਆਪਣੀ ਬਣਤਰ ਮਾਲਕ ਨੇ ਆਪਣਾ ਆਪਦਾ ਹੀ ਸਰਗਮ ਰੂਪ ਤਿਆਰ ਕੀਤਾ। ਨਿਰੰਕਾਰ ਤੋਂ ਇਹ ਆਪਦਾ ਆਕਾਰ ਦੇ ਵਿੱਚ ਪ੍ਰਗਟ ਹੋਏ ਨੇ। ਨਿਰੰਕਾਰ ਆਕਾਰ ਹੈ ਆਪੇ, ਵੀ ਆਪ ਹੀ ਉਹਨੇ ਮਾਲਕ ਨੇ ਆਪਣਾ ਇਹ ਸਰਗਮ ਰੂਪ ਬਣਾਇਆ। ਤੇ ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਜਿੰਨੇ ਵੀ ਘਟ ਸਰੀਰ ਨੇ ਇਹ ਸਭ ਮੇਰੇ ਨੇ, ਮੈਂ ਸਭ ਦੇ ਅੰਦਰ ਵਸਦਾ। ਵੀ ਇਹ ਸਾਰੇ ਘਟ ਸਰੀਰ ਮੇਰੇ, ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ। ਮਹਾਰਾਜ ਕਹਿੰਦੇ ਸਭ ਘਟ ਮੇਰੇ ਔਰ ਸਭਨਾ ਅੰਦਰ, ਵੀ ਜਿੰਨੇ ਵੀ ਘਟ ਸਰੀਰ ਮੇਰੇ ਨੇ, ਮੈਂ ਸਭ ਦੇ ਅੰਦਰ। ਹੁਣ ਮਾਲਕ ਨੇ ਫਿਰ ਆਪਣੀ ਇਹ ਬਣਤ ਬਣਾਈ, ਆਪਣਾ ਇਹ ਸਰਗਮ ਰੂਪ ਤਿਆਰ ਕੀਤਾ। ਤੇ ਫਿਰ ਉਹ ਜੀਵਾਂ ਨੂੰ ਦੇਖ ਦੇਖ ਕੇ ਇਹ ਖੇਲ ਨੂੰ ਉਹ ਪ੍ਰਸੰਨ ਹੁੰਦਾ, ਉਹ ਦੇਖ ਕੇ ਮਾਲਕ ਖੁਸ਼ ਹੁੰਦਾ ਹੈ ਇਹ ਖੇਲ। ਇਸ ਲਈ ਮਹਾਰਾਜ ਨਾਨਕ ਜੀਵੇ ਦੇਖ ਵਡਾਈ, ਵੀ ਦੇਖ ਦੇਖ ਕੇ ਫਿਰ ਜੀਵਾਂ ਨੂੰ ਖੁਸ਼ ਹੁੰਦਾ ਤੇ ਉਹਨਾਂ ਦੀ ਪਾਲਣਾ ਪੋਸ਼ਣ ਕਰਦਾ ਤੇ ਇਹ ਖੇਲ ਜਿਹੜਾ ਹੈ ਇਹ ਚੱਲਦਾ। ਇਹ ਮਹਾਰਾਜ ਕਹਿੰਦੇ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਸ। ਵੀ ਇਹ ਜਿਹੜਾ ਜੀਵ ਹੈ, ਜੀਵ ਦੇ ਕੋਈ ਆਪਦੇ ਵਿੱਚ ਬਲ ਨਹੀਂ ਹੈ, ਇਹਦੇ ਵਿੱਚ ਕੋਈ ਆਪਦੀ ਸ਼ਕਤੀ ਨਹੀਂ ਹੈ। ਇਹ ਬਲ ਹੈ ਜਿਹੜਾ ਮਾਲਕ ਦਾ ਦਿੱਤਾ ਹੋਇਆ। ਜੇ ਹੁਣ ਮਾਲਕ ਆਪਣੀ ਜੋਤ ਹੀ ਖਿੱਚ ਲਵੇ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ। ਜਿਵੇਂ ਹੁਣ ਸੰਸਾਰ 'ਚ ਜੀਵ ਹਉਮੈ ਹੰਕਾਰ ਦੇ ਵਿੱਚ ਚੱਲਦਾ ਹੋਇਆ, ਕਹਿੰਦਾ ਹੈ ਮੈਂ ਇੰਨਾ ਕੰਮ ਕਰਦਾ, ਮੇਰਾ ਪਰਿਵਾਰ, ਮੇਰਾ ਇਹ ਘਰ-ਬਾਰ ਸਾਰਾ ਕੁਝ ਮੇਰਾ ਹੈ। ਇਹ ਜੇ ਮਾਲਕ ਸਾਨੂੰ ਸਵਾਸ ਹੀ ਬੰਦ ਕਰ ਦੇਵੇ ਸਾਡੀ, ਤੇ ਫਿਰ ਅਸੀਂ ਕਿਵੇਂ ਕੰਮ ਕਰਾਂਗੇ? ਕਿਹੜਾ ਪਰਿਵਾਰ, ਕਿਹੜਾ ਘਰ-ਬਾਰ, ਸਾਡਾ ਖੇਲ ਉਦੋਂ ਹੀ ਖਤਮ ਹੋ ਜਾਣਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਜਿਹੜਾ ਬਲ ਹੈ ਉਹ ਸਾਡੇ ਅੰਦਰ ਤਾਂ ਕਿਉਂਕਿ ਮਾਲਕ ਦੀ ਜੋਤ ਨਾਮ ਹੈ, ਇਸ ਵਾਸਤੇ ਬਲ ਹੈ। ਇਸ ਲਈ ਕਹਿੰਦੇ ਇਸ ਪਰਪੰਚ ਮੇਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਨਾ।
ਵੀ ਇਹ ਪ੍ਰਪੰਚ ਪੰਜਾਂ ਤੱਤਾਂ ਵਿੱਚ ਸਰੀਰ 'ਚ ਜਿਹੜੀ ਵਡਿਆਈ ਉਹ ਨਾਮ ਦੀ, ਤੁਸੀਂ ਕਿਸੇ ਕਿਸਮ ਦਾ ਕੋਈ ਹਉਮੈ ਹੰਕਾਰ ਨਾ ਕਰੋ। ਜਦੋਂ ਮਾਲਕ ਇਹ 'ਚੋਂ ਨਾਮ ਖਿੱਚ ਲੈਂਦਾ ਤੇ ਮਿੱਟੀ ਦੀ ਢੇਰੀ ਬਣ ਜਾਂਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਬਲ ਜਿਹੜਾ ਇਹਦੇ ਹੱਥ ਨਹੀਂ ਹੈ, ਉਹ ਮਾਲਕ ਦੇ ਹੱਥ ਹੈ। ਇਹ ਮਹਾਰਾਜ ਕਹਿੰਦੇ ਕਰਨ ਕਰਾਵਨ ਸਰਬ ਕੋ ਨਾਥ, ਵੀ ਸਾਰਾ ਕੁਝ ਫਿਰ ਕਰਨ ਵਾਲਾ ਉਹ ਨਾਥ ਮਾਲਕ ਪਰਮਾਤਮਾ ਆਪ ਹੈ। ਵੀ ਜਿਸ ਨੇ ਬਲ, ਜਿਸ ਦੇ ਬਲ ਦੁਆਰਾ ਫਿਰ ਇਹ ਸਾਰੀ ਸ੍ਰਿਸ਼ਟੀ ਚੱਲਦੀ, ਸਾਰੇ ਜੀਵ ਚੱਲਦੇ ਨੇ। ਜਿਵੇਂ ਹੁਣ ਇੱਕ ਜੀਵ ਚੱਲਦਾ, ਉਹ ਕਿਉਂ ਚੱਲਦਾ? ਕਿਉਂਕਿ ਉਹਦੇ ਅੰਦਰ ਨਾਮ ਹੈ, ਇਸ ਕਰਕੇ ਉਹ ਚੱਲ ਰਿਹਾ, ਉਹਨੂੰ ਗਿਆਨ ਹੈ ਇਸ ਕਰਕੇ। ਜਿਵੇਂ ਹੁਣ ਛੋਟਾ ਜਿਹਾ ਕੋਈ ਕੀੜਾ ਵੀ ਹੈ, ਉਹਨੂੰ ਮਾਰਨ ਦੀ ਕੋਸ਼ਿਸ਼ ਕਰੀਏ, ਉਹ ਆਪਦੀ ਜਾਨ ਬਚਾਉਣ ਵਾਸਤੇ ਭੱਜਦਾ, ਕਿਉਂਕਿ ਉਹਨੂੰ ਗਿਆਨ ਹੈ। ਉਹ ਭੱਜ ਰਿਹਾ, ਕਿਉਂ ਭੱਜ ਰਿਹਾ? ਕਿਉਂਕਿ ਉਹਦੇ ਅੰਦਰ ਨਾਮ ਹੈ, ਇਸ ਕਰਕੇ ਉਹਨੂੰ ਗਿਆਨ ਹੈ, ਸੋਝੀ ਹੈ। ਤਾਂ ਫਿਰ ਸਾਨੂੰ ਕਹਿੰਦੇ ਵੀ ਉਹ ਕਾਰਨ ਮਾਲਕ ਆਪ ਹੀ ਹੈ। ਫਿਰ ਮਹਾਰਾਜ ਕਹਿੰਦੇ ਆਗਿਆਕਾਰੀ ਬਪਰਾ ਜੀਓ, ਜੋ ਤੇ ਸੁਭਾਵੇ ਸੋਈ ਫਨ ਥੀਓ। ਵੀ ਇਹ ਜਿਹੜਾ ਜੀਵ ਫਿਰ ਇਹ ਮਾਲਕ ਦਾ ਆਪਣਾ ਖੇਲ ਹੈ। ਵੀ ਜਿਵੇਂ ਉਹ ਮਦਾਰੀ ਖੇਲ ਜਿਹੜੀ ਉਹ ਅੱਗੇ ਤਮਾਸ਼ਾ ਕਰਕੇ ਦਿਖਾਉਂਦਾ ਹੈ, ਉਹ ਅੱਗੇ ਮਦਾਰੀ ਹੁੰਦੇ ਸੀ ਵੀ ਉਹਦੇ ਹੱਥ 'ਚ ਐਂ ਉਹ ਰੱਸੀਆਂ ਪਾਈਆਂ ਹੁੰਦੀਆਂ ਤੇ ਉਹ ਗੁੱਡੀਆਂ ਨੂੰ ਇੱਦਾਂ ਨਚਾਉਂਦਾ, ਉਵੇਂ ਨੱਚਦੀਆਂ, ਜਿਵੇਂ ਉਹ ਰੱਸੀ ਖਿੱਚਦਾ ਉਵੇਂ ਉਸੇ ਤਰ੍ਹਾਂ ਉਹ ਨੱਚੀ ਜਾਂਦੀ। ਹੁਣ ਇਸੇ ਤਰ੍ਹਾਂ ਹੀ ਜਿਹੜੀ ਡੋਰ ਹੈ ਉਹ ਮਾਲਕ ਦੇ ਹੱਥ, ਤੇ ਅਸੀਂ ਇਹ ਮਿੱਟੀ ਦੇ ਪੁਤਲੇ, ਉਹ ਮਦਾਰੀ ਦੀ ਤਰ੍ਹਾਂ ਉਹ ਗੁੱਡੀਆਂ ਸੀ। ਉਹ ਜਿਵੇਂ ਮਾਲਕ ਡੋਰੀ ਖਿੱਚਦਾ ਉਵੇਂ ਜੀਵ ਨੱਚਦੇ ਫਿਰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਮਾਟੀ ਦਾ ਪੁੱਤਰ ਕੈਸੇ ਨਚਤ ਹੈ, ਦੇਖੇ ਦੇਖੇ ਦੌੜੇ ਫੇਰੇ ਉਧਰਿਓ ਫਿਰਤ ਹੈ। ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਵੀ ਇਹ ਮਿੱਟੀ ਦਾ ਪੁਤਲਾ ਕਿਵੇਂ ਹਉਮੈ ਹੰਕਾਰ ਕਰਦਾ, ਵੀ ਇਹਨੂੰ ਪਤਾ ਨਹੀਂ ਹੈ। ਸੋ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜਿਹੜੀ ਡੋਰੀ ਉਹ ਮਾਲਕ ਦੇ ਹੱਥ ਹੈ। ਵੀ ਜੋ ਉਹਨੂੰ ਪਾਉਂਦਾ ਫਿਰ ਉਹੀਓ ਹੁੰਦਾ, ਜਿੱਧਰ ਨੂੰ ਖਿੱਚਦਾ। ਪ੍ਰਭ ਜੀ ਡੋਰੀ ਹੱਥ ਤੁਮਾਰੀ, ਇਹ ਡੋਰੀ ਮਾਲਕ ਦੇ ਹੱਥ, ਜਿੱਧਰ ਨੂੰ ਉਹ ਖਿੱਚਦਾ ਉਧਰ ਨੂੰ ਜੀਵ ਜਾਂਦਾ ਹੈ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਬਈ ਕਿਸੇ ਕਿਸਮ ਦੀ ਜਿਹੜੀ ਹਉਮੈ ਹੰਕਾਰ ਸਾਡਾ ਕੀਤਾ ਹੋਇਆ ਉਹ ਵਿਅਰਥੀ। ਸੋ ਫਿਰ ਅੱਗੇ ਮਹਾਰਾਜ ਦੱਸਦੇ ਕਬੂ ਚ ਨੀਚ ਮੈਂ ਵਸੇ, ਕਬੂ ਸੋਗ ਹਰਖ ਰੰਗ ਹੱਸੇ। ਹੁਣ ਮਨ ਹੈ ਜਿਹੜਾ ਇਹ ਮਾਇਆ ਦੇ ਵਿੱਚ ਕਦੇ ਤਾਂ ਉੱਤੇ ਜਾਂਦਾ ਹੈ, ਕਦੇ ਥੱਲੇ ਜਾਂਦਾ ਹੈ, ਕਦੇ ਤਾਂ ਸਤੋਗੁਣੀ ਹੋ ਜਾਂਦਾ, ਉਦੋਂ ਆਕਾਸ਼ ਲੋਕ ਨੂੰ ਚਲਾ ਜਾਂਦਾ, ਕਦੇ ਪਤਾਲ ਲੋਕ ਨੂੰ, ਤਮੋਗੁਣੀ ਹੋ ਜਾਂਦਾ, ਪਤਾਲ ਲੋਕ ਨੂੰ ਚਲਾ ਜਾਂਦਾ। ਜਿਸ ਨੂੰ ਮਹਾਰਾਜ ਕਹਿੰਦੇ ਕਬੂ ਜੀ ਡਾਊ ਚੜ੍ਹਤ ਹੈ, ਕਬੂ ਜਾਏ ਪਿਆਲੇ। ਵੀ ਕਦੇ ਉੱਤੇ ਜਾਂਦਾ, ਕਦੇ ਥੱਲੇ ਜਾਂਦਾ। ਫਿਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਕਦੇ ਉੱਚਾ, ਕਦੇ ਨਿਮਾਨਤਾ 'ਚ ਵੱਸਦਾ ਹੈ, ਕਦੇ ਤਮੋਗੁਣੀ ਹੋ ਜਾਂਦਾ, ਕਦੇ ਸਤੋਗੁਣੀ ਹੋ ਜਾਂਦਾ। ਫਿਰ ਕਦੇ ਮਹਾਰਾਜ ਕਹਿੰਦੇ ਵੀ ਸੋਗ, ਕਦੇ ਹਰਖ, ਕਦੇ ਖੁਸ਼ੀ, ਕਦੇ ਗਮੀ ਦੇ ਵਿੱਚ ਚਿੰਤਾ ਫਿਕਰਾਂ 'ਚ ਚਲਾ ਜਾਂਦਾ, ਕਦੇ ਫਿਰ ਇਹ ਹੱਸਦਾ ਸਤੋਗੁਣ ਦੇ ਵਿੱਚ। ਵੀ ਇਸ ਤਰ੍ਹਾਂ ਫਿਰ ਇਹ ਵਿਚਾਰਾਂ 'ਚ ਚੱਲਦਾ ਤਰਲੋਕੀ ਦੇ ਵਿੱਚ, ਪਰ ਇੱਕ ਥਾਂ ਤੇ ਰੁਕਦਾ ਨਹੀਂ। ਇਸ ਲਈ ਫਿਰ ਮਹਾਰਾਜ ਦੱਸਦੇ ਵੀ ਜਿਹੜਾ ਜੀਵ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ, ਇਹਦੇ ਵਿੱਚ ਮਨ ਸਥਿਰ ਨਹੀਂ ਰਹਿੰਦਾ, ਇਹਦੀ ਅਵਸਥਾ ਇੱਕੋ ਜਿਹੀ ਨਹੀਂ ਰਹਿੰਦੀ, ਤਾਂਹੀਓ ਡੋਲਦਾ ਰਹਿੰਦਾ। ਕਦੇ ਇਹ ਆਪਦੇ ਆਪ ਨੂੰ ਸੁਖੀ ਮਹਿਸੂਸ ਕਰਦਾ ਜਦੋਂ ਸਤੋਗੁਣੀ ਹੋ ਜਾਂਦਾ, ਫਿਰ ਜਦੋਂ ਤਮੋਗੁਣੀ ਤੇ ਜਾਂਦਾ ਫਿਰ ਇਹ ਦੁਖੀ ਮਹਿਸੂਸ ਕਰਦਾ ਉਹਦੇ ਆਪ ਨੂੰ। ਜਾਂ ਰਜੋਗੁਣ ਤੇ ਆਉਂਦਾ ਉਦੋਂ ਅਗਨ ਸਾਗਰ 'ਚ ਸੜਦਾ, ਫਿਰ ਇਹ ਦੁੱਖ ਮਹਿਸੂਸ ਕਰਦਾ। ਇਸ ਨੂੰ ਫਿਰ ਮਹਾਰਾਜ ਕਹਿੰਦੇ ਨਿਸ ਦਿਨ ਮਾਇਆ ਕਾਰਨੇ ਪੁਰਾਣੀ ਡੋਲਤ ਨੀਤ, ਓਟਨ ਮੇ ਨਾਨਕ ਕਹੂ ਨਾਰਾਇਣ ਜਿਹ ਚੀਜ਼।
ਵੀ ਕੋਈ ਗੁਰਮੁਖ ਵਿਰਲਾ ਜਿਹਦਾ ਮਾਲਕ ਦੇ ਸਨਮੁਖ ਹੈ, ਜਿਹਨੇ ਚਿੱਤ 'ਚ ਮਾਲਕ ਨੂੰ ਵਸਾਇਆ। ਨਹੀਂ ਤਾਂ ਇਹ ਮਨ ਇਸ ਤਰ੍ਹਾਂ ਫਿਰ ਡੋਲਦਾ ਰਹਿੰਦਾ, ਕਦੇ ਖੁਸ਼ੀ ਵਿੱਚ, ਕਦੇ ਗਮੀ ਵਿੱਚ, ਕਦੇ ਉੱਪਰ, ਕਦੇ ਥੱਲੇ। ਇਹ ਸਥਿਰ ਨਹੀਂ ਹੁੰਦਾ। ਫੇਰ ਮਹਾਰਾਜ ਕਹਿੰਦੇ ਕਬੂ ਨਿੰਦ ਚਿੰਦ ਬਿਹਾਰ, ਕਬੂ ਊਬ ਆਕਾਸ਼ ਪਿਆਲ। ਵੀ ਕਦੇ ਫਿਰ ਇਹ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਜੀਵਨ ਦੀ, ਕਦੇ ਚਿੰਤਾ ਕਰਦਾ, ਕਦੇ ਨਿੰਦਿਆ, ਕਦੇ ਵੈਰ ਵਿਰੋਧ 'ਚ ਜਾਂਦਾ। ਫੇਰ ਕਹਿੰਦੇ ਮਹਾਰਾਜ ਕਹਿੰਦੇ ਬਈ ਕਬੂ ਊਬ ਆਕਾਸ਼, ਕਦੇ ਆਕਾਸ਼ ਨੂੰ ਜਾਂਦਾ, ਕਦੇ ਪਤਾਲ ਨੂੰ ਜਾਂਦਾ। ਫਿਰ ਇਹ ਜਦੋਂ ਇਸ ਤਰ੍ਹਾਂ ਵਿਚਾਰਾਂ 'ਚ ਹੁੰਦਾ ਵੀ ਕਦੇ ਸਤੋ ਗੁਣੀ, ਕਦੇ ਤਮੋ ਗੁਣੀ ਹੋ ਜਾਂਦਾ ਹੈ। ਵੀ ਇੱਕ ਥਾਂ 'ਤੇ ਸਥਿਰ ਨਹੀਂ ਹੁੰਦਾ, ਭੱਜਿਆ ਫਿਰਦਾ ਹੈ ਵਿਚਾਰਾਂ 'ਚ। ਵੀ ਕਦੇ ਇਹ ਨਿੰਦਿਆ 'ਚ ਚਲਾ ਜਾਂਦਾ, ਵੈਰ ਵਿਰੋਧ 'ਚ ਚਲਾ ਜਾਂਦਾ, ਕਦੇ ਸਤੋ ਗੁਣੀ ਹੋ ਜਾਂਦਾ। ਫਿਰ ਉਦੋਂ ਬੜੀਆਂ ਵਧੀਆ ਗੱਲਾਂ ਕਰਦਾ, ਕਦੇ ਫਿਰ ਇਹ ਵੈਰ ਵਿਰੋਧ ਵਾਲੀਆਂ ਗੱਲਾਂ ਕਰਦਾ। ਫੇਰ ਮਹਾਰਾਜ ਕਹਿੰਦੇ ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਫੇਰ ਜਦੋਂ ਮਾਲਕ ਦੀ ਕਿਰਪਾ ਹੁੰਦੀ, ਸਤ ਸੰਗਤ ਮਿਲਦੀ, ਫਿਰ ਇਹ ਕਦੇ ਫਿਰ ਇਹ ਬ੍ਰਹਮ ਨੂੰ ਜਾਣਨ ਵਾਲਾ, ਕਬੂ ਬੇਤਾ ਬ੍ਰਹਮ ਵਿਚਾਰ, ਕਦੇ ਉਹ ਬੇਤਾ ਬਣ ਜਾਂਦਾ, ਮਾਲਕ ਨੂੰ ਜਾਣਨ ਵਾਲਾ, ਬ੍ਰਹਮ ਨੂੰ ਜਾਣਨ ਵਾਲਾ। ਇਹਦੇ ਬ੍ਰਹਮ ਦੀ ਵਿਚਾਰ ਕਰਦਾ, ਪਰਮਾਤਮਾ ਦੀ, ਫਿਰ ਇਹ ਨਾਮ ਦੀ ਵਿਚਾਰ ਕਰਦਾ, ਮਾਲਕ ਦੇ ਗੁਣ ਗਾਉਂਦਾ। ਇਹਦੇ ਗੁਣ ਗਵਾਉਣ ਵਾਲਾ, ਮਾਲਕ ਮਿਲਾਉਣ ਵਾਲਾ ਉਹ ਆਪ ਹੀ। ਨਾਨਕ ਆਪ ਮਿਲਾਵਣ ਹਾਰ, ਵੀ ਮਾਲਕ ਆਪ ਹੀ ਕਿਰਪਾ ਕਰਦੇ ਤੇ ਫਿਰ ਉਹ ਆਪਦੇ ਨਾਲ ਮਿਲਾ ਲੈਂਦੇ। ਜੇ ਮਾਲਕ ਕਿਰਪਾ ਨਾ ਕਰਨ, ਇਹਦੇ ਤਰਲੋਕੀ 'ਚ ਹੀ ਘੁੰਮਦਾ ਰਹਿੰਦਾ, ਕਦੇ ਉੱਪਰ, ਕਦੇ ਥੱਲੇ, ਵਿਚਾਰਾਂ 'ਚ, ਕਦੇ ਵੈਰ ਵਿਰੋਧ 'ਚ, ਖੁਸ਼ੀ ਗਮੀ ਵਿੱਚ। ਇਹਦੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਚੱਲਦਾ। ਤੇ ਜਦੋਂ ਕਿਰਪਾ ਕਰ ਦਿੰਦੇ, ਫਿਰ ਇਹ ਮਾਲਕ ਨੂੰ ਜਾਣਨ ਵਾਲਾ ਹੋ ਜਾਂਦਾ। ਫਿਰ ਇਹ ਮਾਲਕ ਦੀ ਵਿਚਾਰ ਕਰਦਾ, ਫਿਰ ਇਹ ਉਹਦੇ ਗੁਣ ਗਾਉਂਦਾ, ਤੇ ਨਾਲ ਫਿਰ ਹੋਰਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਗਾਓ। ਫਿਰ ਆਪ ਵੀ ਸਿਮਰਨ ਕਰਦਾ ਤੇ ਨਾਲ ਹੋਰਾਂ ਨੂੰ ਵੀ ਸਿਮਰਨ ਕਰਾਉਂਦਾ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਦੱਸਦੇ ਵੀ ਉਦੋਂ ਫਿਰ ਇਹ ਮਨ ਨੂੰ ਕਹਿੰਦੇ ਬਈ ਇਹ ਹੁਕਮ ਵਿੱਚ ਆ ਗਿਆ। ਫਿਰ ਉਦੋਂ ਇਹਨੂੰ ਪਦਵੀ ਦਿੱਤੀ ਜਾਂਦੀ ਵੀ ਇਹ ਮੇਰਾ ਸੰਤ ਹੈ, ਇਹ ਮੇਰਾ ਗੁਰਸਿੱਖ ਹੈ। ਤੇ ਮਹਾਰਾਜ ਕਹਿੰਦੇ ਵੀ ਅਸੀਂ ਸੰਤਾਂ ਦੀ, ਐਸੇ ਗੁਰਸਿੱਖਾਂ ਦੀ ਅਸੀਂ ਧੂੜੀ ਮੰਗਦੇ ਜਿਹੜੇ ਆਪ ਜਪਦੇ ਤੇ ਨਾਲ ਜਪਾਉਂਦੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਆਪਣਾ ਨਾਮ ਜਪਾਵੇ। ਤੇ ਇਹੋ ਫਿਰ ਸੰਤਾਂ ਦਾ ਕਾਰਜ ਹੁੰਦਾ, ਉਹਨਾਂ ਨੇ ਆਪ ਵੀ ਜਪਣਾ ਤੇ ਆਪਾਂ ਨੂੰ ਵੀ ਜਪਾਉਣਾ। ਮਹਾਰਾਜ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ। ਸੰਤਾਂ ਨੇ ਆਪ ਵੀ ਜਪਣਾ ਤੇ ਆਪਾਂ ਨੂੰ ਵੀ ਜਪਾਉਣਾ। ਤੇ ਇਹੋ ਹੁਣ ਆਪਾਂ ਨੂੰ ਸਤਿਗੁਰੂ ਗੁਰਬਾਣੀ 'ਚ ਫਿਰ ਦੱਸਦੇ ਵੀ ਜਦੋਂ ਅਸੀਂ ਸੰਤਾਂ ਦਾ ਇਹ ਵਚਨ ਮੰਨਾਂਗੇ, ਅਸੀਂ ਸਿਮਰਨ ਕਰਾਂਗੇ, ਤੇ ਫਿਰ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਕਿ ਜੇ ਹੁਣ ਅਸੀਂ ਗੁਰਬਾਣੀ ਗੁਰੂ ਦਾ ਬਚਨ ਮੰਨੀਏ, ਜੇ ਹੁਣ ਅਸੀਂ ਇਹ ਸਿਮਰਨ ਕਰੀਏ ਤੇ ਆਪਾਂ ਤਰ ਜਾਵਾਂਗੇ। ਆਓ ਹੁਣ ਜੋ ਆਪਾਂ ਨੂੰ ਗੁਰਬਾਣੀ ਗੁਰੂ, ਜੋ ਸਾਨੂੰ ਸੰਤ ਸਾਧੂ ਜਨ ਗੁਰੂ ਸਾਹਿਬ ਗੁਰਬਾਣੀ 'ਚ ਕਹਿ ਰਹੇ, ਆਪਾਂ ਉਹਨਾਂ ਦਾ ਬਚਨ ਮੰਨੀਏ, ਸਿਮਰਨ ਕਰੀਏ, ਤਾਂ ਕਿ ਆਪਾਂ ਵੀ ਇਹ ਭਵ ਸਾਗਰ ਤੋਂ, ਜਿਹੜਾ ਸਾਡਾ ਮਨ ਕਦੇ ਉੱਤੇ ਕਦੇ ਥੱਲੇ ਆਉਂਦਾ, ਇਹ ਵਿਚਾਰਾਂ ਦੇ ਵਿੱਚ ਜਿਹੜਾ ਡੋਲਦਾ, ਕਦੇ ਇਹ ਤਮੋ ਗੁਣ ਤੇ ਜਾਂਦਾ, ਕਦੇ ਰਜੋ ਗੁਣ ਤੇ ਜਾਂਦਾ, ਕਦੇ ਸਤੋ ਗੁਣ ਤੇ ਜਾਂਦਾ, ਫਿਰ ਇਹ ਚੀਜ਼ ਤੋਂ ਇਹ ਉੱਪਰ ਉੱਠ ਜੇ ਤਰਲੋਕੀ ਤੋਂ, ਇਹ ਚੌਥੇ ਪਾਸੇ ਚਲਾ ਜਾਵੇ, ਆਪਣੇ ਘਰ ਚਲਾ ਜਾਵੇ। ਆਓ ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਅਹਿਸਾਸ ਗ੍ਰਸ ਮਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ ਸਾਡੇ ਮਨ ਦੀ ਮੈਲ ਉਤਰਦੀ ਹੈ। ਮਹਾਰਾਜ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ, ਵੀ ਜਿਉਂ-ਜਿਉਂ ਅਸੀਂ ਮਾਲਕ ਦੇ ਗੁਣ ਗਾਵਾਂਗੇ ਸਾਡੇ ਮਨ ਦੇ ਉੱਤੇ ਜਿਹੜੀ ਮੈਲ ਚੜੀ ਇਹ ਸਾਡੇ ਮਨ ਦੀ ਮੈਲ ਉਤਰੇਗੀ, ਸਾਡਾ ਮਨ ਨਿਰਮਲ ਹੋ ਜੇ। ਜਦੋਂ ਸਾਡਾ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੋ ਜਾਂਦਾ, ਫਿਰ ਇਹ ਮਾਇਆ ਨੂੰ ਛੱਡ ਦਿੰਦਾ। ਜਦੋਂ ਇਹ ਵਿਰਾਗੀ ਹੋ ਜਾਂਦਾ, ਜਦ ਤੱਕ ਸਾਡੇ ਅੰਦਰ ਵਿਰਾਗ ਨਹੀਂ ਇਹ ਮਾਇਆ ਨੂੰ ਛੱਡਦਾ ਨਹੀਂ, ਇਹ ਵਿਚਾਰਾਂ ਨੂੰ। ਮਾਰੇ ਫਰਮਾਉਂਦੇ ਬੈਨ ਵਿਰਾਗ
ਨੇ ਛੂਟ ਸਮਾਇਆ। ਕਿ ਜਦ ਸਾਡੇ ਅੰਦਰ ਤੜਫ ਨਹੀਂ, ਵਿਰਾਗ ਨਹੀਂ, ਮਾਲਕ ਦੇ ਵਿਛੋੜੇ ਦਾ ਅਸੀਂ ਦੁੱਖ ਨਹੀਂ ਮਹਿਸੂਸ ਕਰਦੇ, ਇਹ ਮਾਇਆ ਨੂੰ ਛੱਡੇਗਾ ਨਹੀਂ। ਇਹ ਮਾਇਆ ਦੇ ਨਾਲ ਇਹ ਬੱਝਾ ਰਹਿੰਦਾ ਵਿਚਾਰਾਂ ਦੇ ਨਾਲ। ਉਹ ਜਦੋਂ ਫਿਰ ਇਹ ਸਾਡਾ ਮਨ ਨਿਰਮਲ ਹੋ ਜਾਏਗਾ, ਫਿਰ ਵਿਰਾਗੀ ਹੋ ਜਾਂਦਾ। ਤੇ ਜਦੋਂ ਵਿਰਾਗੀ ਹੋ ਗਿਆ ਫਿਰ ਇਹਨੇ ਮਾਲਕ ਨੂੰ ਮਿਲ ਹੀ ਲੈਣਾ, ਫਿਰ ਵਿੱਚ ਕੋਈ ਰੁਕਾਵਟ ਹੈ ਹੀ ਨਹੀਂ। ਰੁਕਾਵਟ ਉਦੋਂ ਹੀ ਹੈ ਜਦੋਂ ਇਹ ਵਿਰਾਗੀ ਨਹੀਂ, ਜਦੋਂ ਇਹ ਮਿਲਦਾ ਹੈ ਤੇ ਫਿਰ ਵਿੱਚ ਰੁਕਾਵਟਾਂ ਨਹੀਂ। ਇਸ ਵਾਸਤੇ ਹੁਣ ਮਨ ਨੂੰ ਨਿਰਮਲ ਕਰਨ ਵਾਸਤੇ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ ਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ। ਬਾਕੀ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜਦੋਂ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ, ਜਦੋਂ ਜਾਂ ਆਪਾਂ ਇਹ ਸੁਣਦੇ ਹਾਂ, ਇਹਦੇ ਨਾਲ ਵੀ ਸਾਡਾ ਮਨ ਧੋਤਾ ਜਾਂਦਾ, ਇਹਦੇ ਨਾਲ ਵੀ ਆਪਣਾ ਮਨ ਨਿਰਮਲ ਹੁੰਦਾ। ਮਾਰੇ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਾਡਾ ਮਨ ਤੇ ਮਨ ਦਾ ਤਨ ਦੋਵੇਂ ਧੋਤੇ ਜਾਣੇ, ਮਨ ਨੇ ਨਿਰਮਲ ਹੋ ਜਾਣਾ ਤੇ ਜਦੋਂ ਨਿਰਮਲ ਹੋ ਗਿਆ ਫਿਰ ਇਹਨੇ ਵਿਰਾਗੀ ਹੋ ਜਾਣਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।